ਸਤਨਾਮ। ਵਾਹਿਗੁਰੂ ਸਾਹਿਬ ਜੀ। ਸਾਰੰਗ ਮਹਿਲਾ ਪੰਜਵਾਂ। ਪ੍ਰਭ ਜੀ ਮੋਹਿ ਕਵਨ ਅਨਾਥ ਬੇਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹ ਪ੍ਰਤਾਪ ਤੁਹਾਰਾ। ਪ੍ਰਭ ਜੀ ਮੋਹਿ ਕਵਨ ਅਨਾਥ ਬੇਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹ ਪ੍ਰਤਾਪ ਤੁਹਾਰਾ। ਰਹਾਉ ਜੀ ਪ੍ਰਾਣ ਸਰਬ ਕੇ ਦਾਤੇ, ਗੁਣ ਕਹੇ ਨ ਜਾਏ ਅਪਾਰਾ, ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ, ਸਰਬ ਘਟਾਂ ਆਧਾਰਾ। ਕੋਈ ਨ ਜਾਣੈ ਤੁਮਰੀ ਗਤ ਮਿਤ, ਆਪਹਿ ਏਕ ਪਾਸਾਰਾ। ਸਾਧ ਨਾਮ ਬੈਠਾਵੋ ਨਾਨਕ, ਭਵ ਸਾਗਰ ਪਾਰ ਉਤਾਰਾ। ਕੋਈ ਨ ਜਾਣੈ ਤੁਮਰੀ ਗਤ ਮਿਤ, ਆਪਹਿ ਏਕ ਪਸਾਰਾ। ਸਾਧ ਨਾਮ ਬੈਠਾਵੋ ਨਾਨਕ, ਭਵ ਸਾਗਰ ਪਾਰ ਉਤਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਬਾਣੀ ਦੇ ਬੋਹਿਤ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਪਰਮ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਵਾਹਿਗੁਰੂ ਜੀ ਦੀ ਬਖਸ਼ਿਸ਼ ਸਦਕਾ ਅੰਮ੍ਰਿਤ ਵੇਲੇ ਸਤਿਗੁਰੂ ਜੀ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਪਾਵਨ ਹਜ਼ੂਰੀ ਵਿੱਚ ਬੈਠ ਕੇ ਅੰਮ੍ਰਿਤਮਈ ਬਾਣੀ ਦਾ ਮਨੋਹਰ ਕੀਰਤਨ ਗੁਰੂ ਕੇ ਕੀਰਤਨੀਆਂ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੀ ਕਥਾ ਵਿਚਾਰ ਜੋ ਹਰ ਰੋਜ਼ ਆਪ ਜੀ ਸਰਵਣ ਕਰਦੇ ਹੋ, ਉਸ ਦੇ ਨਾਲ ਸੰਬੰਧਿਤ ਗੁਰੂ ਕੇ ਇਹ ਪਾਵਨ ਅਮੋਲ ਬਚਨ ਸਾਰੰਗ ਰਾਗ ਵਿੱਚੋਂ ਆਪ ਜੀ ਸਰਵਣ ਕਰ ਰਹੇ ਸੀ। ਅੱਜ ਦਾ ਇਹ ਮੁੱਖ ਵਾਕ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਗੁਰੂ ਪਾਤਸ਼ਾਹ ਜੀ ਅੱਜ ਦੇ ਇਸ ਮੁੱਖ ਵਾਕ ਰਾਹੀਂ ਉਸ ਪਰਮ ਪਿਤਾ ਵਾਹਿਗੁਰੂ ਦੀ ਬੇਅੰਤਤਾ ਦਾ, ਉਹਦੀ ਮਹਾਨ ਸ਼ਕਤੀ ਦਾ ਜ਼ਿਕਰ ਕਰਕੇ ਇਹ ਜੋ ਭਉ ਸਾਗਰ ਹੈ ਇਸ ਤੋਂ ਪਾਰ ਉਤਰਨ ਦੇ ਲਈ ਉਸ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਕਰ ਰਹੇ ਨੇ ਤੇ ਸਾਨੂੰ ਕਰਨ ਦੀ ਪ੍ਰੇਰਣਾ ਕਰ ਰਹੇ ਨੇ। ਮਨੁੱਖ ਵਾਹਿਗੁਰੂ ਜੀ ਦੀਆਂ ਬਖਸ਼ੀਆਂ ਦਾਤਾਂ ਨੂੰ ਪ੍ਰਾਪਤ ਕਰਕੇ ਆਪਣੇ ਅਸਲੀ ਮਕਸਦ ਤੋਂ ਭੁੱਲ ਜਾਂਦਾ ਹੈ, ਟੁੱਟ ਜਾਂਦਾ ਹੈ। ਹੰਕਾਰ 'ਚ ਆ ਕੇ ਉਹ ਸੋਚਦਾ ਕਿ ਮੈਂ ਬੜਾ ਸ਼ਕਤੀਵਾਨ ਹਾਂ ਜਾਂ ਮੈਂ ਬਹੁਤ ਸਿਆਣਾ ਹਾਂ, ਲੇਕਿਨ ਜਿਸ ਵੇਲੇ ਉਹ ਦੁੱਖਾਂ ਵਿੱਚ ਘਿਰਦਾ ਹੈ, ਉਹਦੀ ਕੋਈ ਸਿਆਣਪ, ਉਹਦੀ ਕੋਈ ਚਤੁਰਾਈ, ਕੋਈ ਚਲਾਕੀ ਉਹਦੇ ਕੰਮ ਨਹੀਂ ਆਉਂਦੀ। ਇਸ ਧਰਤੀ ਦੇ ਉੱਪਰ ਵੱਡੇ ਵੱਡੇ ਪ੍ਰਤਾਪੀ ਲੋਕ ਆਏ ਨੇ, ਰਾਜੇ ਮਹਾਰਾਜੇ ਆਏ ਨੇ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਬਚਨ ਕਹੇ ਨੇ, ਜੀਤ ਫਿਰੇ ਸਭ ਦੇਸ਼, ਦਿਸਾਨ ਕੋ ਬਾਏ ਢੋਲ ਮਿਰਦੰਗ ਨਗਾਰੇ, ਗੂੰਜਤ ਗੂੜਗ ਜਾਨਕ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ, ਭਾਰੀ ਭਜਾਨ ਕੇ ਭੂ ਬਲੀ ਬਿਦ ਕੌਣ ਗਨੇ ਨੀ ਜਾਤ ਵਿਚਾਰੇ।
एते भेद कहाँ पे पूपत अंत को नांगे ही पाए पधारी। ਵੱਡੇ ਵੱਡੇ ਰਾਜਿਆਂ ਨੂੰ ਜਿੱਤਣ ਵਾਲੇ, ਵੱਡੇ ਵੱਡੇ ਬਾਹੂਬਲ ਵਾਲੇ, ਜਿਨ੍ਹਾਂ ਦੇ ਕੋਲ ਵੱਡੇ ਵੱਡੇ ਮਸਤ ਹਾਥੀ ਨੇ, ਵੱਡੇ ਵੱਡੇ ਕਿਲਿਆਂ ਨੂੰ, ਵੱਡੇ ਵੱਡੇ ਦੁਸ਼ਮਣਾਂ ਨੂੰ ਸਰ ਕਰਨ ਵਾਲੇ, ਸਤਿਗੁਰੂ ਜੀ ਕਹਿੰਦੇ ਏਡੇ ਏਡੇ ਹੋਏ ਨੇ ਤੇ ਕੀ ਹੋ ਗਏ? ਆਖਰ ਉਹਨਾਂ ਨੂੰ ਇਸ ਧਰਤੀ ਤੋਂ ਖਾਲੀ ਹੱਥ ਨੰਗੇ ਪੈਰੀਂ ਜਾਣਾ ਪਿਆ। ਕੋਈ ਵੀ ਇਸ ਧਰਤੀ ਤੋਂ ਕੁਝ ਨਹੀਂ ਲੈ ਕੇ ਗਿਆ। ਸਤਿਗੁਰੂ ਜੀ ਕਹਿੰਦੇ ਮਨੁੱਖ ਦੀਆਂ ਸਿਆਣਪਾਂ, ਚਤਰਾਈਆਂ, ਚਲਾਕੀਆਂ ਜਾਂ ਦੁਨਿਆਵੀ ਬਲ ਕਿਸੇ ਕੰਮ ਨਹੀਂ ਆਉਂਦਾ। ਕੇਵਲ ਵਾਹਿਗੁਰੂ ਦੀ ਬਖਸ਼ਿਸ਼ ਦੇ ਨਾਲ ਅਸੀਂ ਦੁੱਖਾਂ ਤੋਂ ਬਚ ਸਕਦੇ ਹਾਂ। ਮਨੁੱਖ ਦੀ ਜੇ ਆਪਾਂ ਦੇਖੀਏ ਤੇ ਹਸਤੀ ਹੈ ਵੀ ਕੀ ਹੈ? ਇਹ ਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਇਸ ਨੂੰ ਬਣਾਇਆ, ਇਸ ਨੂੰ ਸਾਜਿਆ, ਸਵਾਰਿਆ। ਇਹਦੀ ਹਸਤੀ ਕਿ ਇੰਨੀ ਕੁ ਹੈ ਕਿ ਜਿੰਨਾ ਚਿਰ ਸਵਾਹ ਚੱਲਦਾ ਰਹੇ ਉਹਨਾਂ ਚਿਰ ਇਹ ਜਿਉਂਦਾ। ਨਹੀਂ ਤੇ ਕਿਆ ਪ੍ਰਵਾਸਾ ਇਸ ਭਾਂਡੇ ਕਾ ਇਤਨਾ ਕੁ ਲਾਗੇ ਠਨਕਾ। ਇਸ ਸਰੀਰ ਦਾ ਭਰੋਸਾ ਹੈ ਵੀ ਕੀ ਹੈ? ਮਨੁੱਖ ਦਾ ਆਪਣਾ ਕਿਤੇ ਕੋਈ ਜ਼ੋਰ ਨਹੀਂ ਚੱਲ ਸਕਦਾ। ਗੁਰਬਾਣੀ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਬੰਦਿਆ ਇਹ ਸਾਰੀ ਤਾਕਤ, ਇਹ ਸਾਰੀ ਸਮਰੱਥਾ ਪ੍ਰਮਾਤਮਾ ਦੇ ਹੱਥ 'ਚ ਹੈ। ਜੇ ਤੂੰ ਬੋਲ ਰਿਹਾ ਹੈ, ਜੇ ਤੂੰ ਦੇਖ ਰਿਹਾ ਹੈ, ਜੇ ਤੂੰ ਸੁਣ ਰਿਹਾ ਹੈ, ਤੇ ਉਹਦੀ ਦਿੱਤੀ ਹੋਈ ਦਾਤ ਹੈ। ਚਾਹੀਦਾ ਤੇ ਉਹਦਾ ਸ਼ੁਕਰਾਨਾ ਕੀਤਾ ਜਾਏ। ਪਰ ਮਨੁੱਖ ਇਹਨਾਂ ਦਾਤਾਂ ਨੂੰ ਪ੍ਰਾਪਤ ਕਰਕੇ ਹੰਕਾਰ 'ਚ ਆ ਜਾਂਦਾ ਹੈ। ਗੁਰੂਦੇਵ ਨੇ ਬਚਨ ਕਿ ਆਖਣ ਜੋਰ ਚੁੱਪੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ। ਜਿਸ ਹੱਥ ਜੋਰ ਕਰ ਵੇਖੇ ਸੋਏ। ਜਿਸ ਪ੍ਰਮਾਤਮਾ ਦੇ ਹੱਥ ਵਿੱਚ ਤਾਕਤ ਹੈ ਨਾ, ਉਹ ਆਪਣੀ ਤਾਕਤ ਚਲਾ ਰਿਹਾ। ਆਪਣੇ ਜ਼ੋਰ ਨਾਲ ਅਸੀਂ ਕੁਝ ਨਹੀਂ ਕਹਿ ਸਕਦੇ, ਕੁਝ ਨਹੀਂ ਬੋਲ ਸਕਦੇ। ਆਪਾਂ ਦੇਖਦੇ ਹਾਂ ਮਨੁੱਖ ਜ਼ਿੰਦਗੀ ਭਰ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਹੈ, ਹੰਕਾਰ ਵਿੱਚ ਆ ਕੇ ਕਈ ਤਰ੍ਹਾਂ ਦੀਆਂ ਉਫੜਾਂ ਮਾਰਦਾ ਹੈ। ਪਰ ਜਦੋਂ ਹੁਕਮ ਹੋ ਜਾਂਦਾ ਹੈ, ਕੋਲ ਪਈ ਰੋਟੀ ਚੁੱਕ ਕੇ ਵੀ ਮੂੰਹ 'ਚ ਨਹੀਂ ਪਾ ਸਕਦਾ, ਕੁਝ ਵੀ ਇਹ ਕਰ ਨਹੀਂ ਸਕਦਾ। ਜੋ ਕੁਝ ਅਸੀਂ ਕਰ ਰਹੇ ਹਾਂ ਇਹ ਵਾਹਿਗੁਰੂ ਦੀ ਦਿੱਤੀ ਸਮਰੱਥਾ ਤੇ ਉਹਦੀ ਦਿੱਤੀ ਹੋਈ ਅਕਲ ਸਦਕਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆਖਣ ਜੋਰ ਚੁੱਪੇ ਨਾ ਜੋਰ। ਅਸੀਂ ਤੇ ਆਪਣੇ ਜ਼ੋਰ ਨਾਲ ਚੁੱਪ ਵੀ ਨਹੀਂ ਕਰ ਸਕਦੇ, ਜ਼ੋਰ ਨਾਲ ਬੋਲ ਵੀ ਨਹੀਂ ਸਕਦੇ, ਆਪਣੇ ਜ਼ੋਰ ਨਾਲ ਅਸੀਂ ਮਰ ਨਹੀਂ ਸਕਦੇ, ਜੀਉ ਨਹੀਂ ਸਕਦੇ। ਇਹ ਸਾਰੀ ਤਾਕਤ ਪ੍ਰਮਾਤਮਾ ਦੇ ਹੱਥ ਵਿੱਚ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਹੈ ਪ੍ਰਮਾਤਮਾ ਅਸੀਂ ਤੇ ਵਿਚਾਰੇ ਚੀਜ਼ ਵੀ ਕੀ ਹਾਂ? ਇਹ ਤੇ ਤੁਹਾਡੀ ਬਖਸ਼ਿਸ਼ ਹੈ ਜੋ ਸਾਨੂੰ ਇੰਨੀਆਂ ਰਹਿਮਤਾਂ ਤੁਸੀਂ ਦੇ ਕੇ ਨਿਵਾਜਿਆ ਹੈ, ਸਾਜਿਆ ਹੈ। ਸਾਡੇ ਤੇ ਇੱਕ ਬਖਸ਼ਿਸ਼ ਕਰੋ ਜੇ ਇੰਨੀਆਂ ਰਹਿਮਤਾਂ ਕੀਤੀਆਂ ਨੇ ਕਿ ਸਾਨੂੰ ਸਤ ਸੰਗਤ ਰਾਹੀਂ ਇਸ ਭਉ ਸਾਗਰ ਤੋਂ ਪਾਰ ਉਤਾਰ ਦਿਓ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਅੱਜ ਦੇ ਇਸ ਮੁੱਖ ਵਾਕ ਰਾਹੀਂ ਸਾਡੇ ਤੇ ਕਰ ਰਹੇ ਨੇ। ਆਪਾਂ ਮਿਲ ਕੇ ਗੁਰੂ ਕੇ ਇਸ ਪਵਿੱਤਰ ਮੁੱਖ ਵਾਕ ਦੀ ਵਿਚਾਰ ਸਾਂਝੀ ਕਰੀਏ। ਗੁਰੂ ਪਿਆਰ ਵਿੱਚ ਜੁੜਦੇ ਮਨ ਬਿਰਤੀਆਂ ਨੂੰ ਟਿਕਾਉਣ ਹਿੱਤ ਮੁੱਖ ਤੋਂ ਸਾਰੇ ਹੀ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਾਰੰਗ ਮਹਿਲਾ ਪੰਜਵਾਂ। ਪ੍ਰਭ ਜੀ ਮੋਹਿ ਕਵਨ ਅਨਾਥ ਵਿਚਾਰਾ। ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਇਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1220 ਤੇ ਅੰਕਿਤ ਨੇ। ਗੁਰੂਦੇਵ ਕਹਿੰਦੇ ਹੈ ਪ੍ਰਮਾਤਮਾ ਜੀ ਮੈਂ ਵਿਚਾਰਾ ਚੀਜ਼ ਹੀ ਕੀ ਹੈ, ਮੇਰੀ ਪਾਇਆ ਕੀ? ਮੈਂ ਤੇ ਅਨਾਥ ਹਾਂ। ਜੇ ਤੁਹਾਡੀ ਰਹਿਮਤ ਨਾ ਹੋਏ, ਬਖਸ਼ ਨਾ ਹੋਵੇ, ਮੈਂ ਅਨਾਥ ਹਾਂ। ਅਨਾਥ ਹੁੰਦਾ ਜਿਹਦਾ ਕੋਈ ਮਾਂ ਪਿਓ ਨਾ ਹੋਵੇ, ਜਿਹਦਾ ਕੋਈ ਵਾਰਿਸ ਨਾ ਹੋਵੇ, ਅਨਾਥ ਜਿਹਦਾ ਕੋਈ ਮਾਲਕ ਨਾ ਹੋਵੇ। ਵਾਹਿਗੁਰੂ ਜੀ ਤੁਹਾਡੀ ਬਖਸ਼ ਸਦਕਾ ਹੀ ਮੈਂ ਜੀਉ ਰਿਹਾ, ਨਹੀਂ ਤੇ ਮੈਂ ਵਿਚਾਰਾ ਚੀਜ਼ ਹੀ ਕੀ ਹਾਂ? ਮੈਂ ਤੇ ਅਨਾਥ ਜਿਹਾ, ਮੇਰੀ ਤੇ ਕੋਈ ਸਮਰੱਥਾ ਨਹੀਂ ਹੈ, ਮੇਰੇ 'ਚ ਕੋਈ ਤਾਕਤ ਨਹੀਂ, ਕੋਈ ਸਿਆਣਪ ਨਹੀਂ ਹੈ। ਜੇ ਪ੍ਰਮਾਤਮਾ ਆਪਣੀ ਜੋਤ ਵਾਪਸ ਲੈ ਲੇ ਤੇ ਸਾਡੀ ਸਿਆਣਪ ਕਿੱਧਰ ਚਲੀ ਜਾਂਦੀ ਹੈ? ਗੁਰੂ ਸਾਹਿਬ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਕਹੇ ਕਿ ਅਤ ਸੂਰਜ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਆਵੈ। ਜਿਹੜਾ ਆਪਣੇ ਆਪ ਨੂੰ ਬੜਾ ਸੂਰਮਾ ਕਹਿਲਾਉਂਦਾ ਹੈ, ਜੇ ਪ੍ਰਮਾਤਮਾ ਆਪਣੀ ਕਲਾ ਖਿੱਚ ਲਏ ਫਿਰ ਉਹ ਕਿੱਧਰ ਚਲਿਆ ਜਾਏਗਾ? ਉਹਦੀ ਸੂਰਮਗਤੀ ਕਿੱਧਰ ਚਲੀ ਜਾਏਗੀ? ਜਦੋਂ ਪ੍ਰਮਾਤਮਾ ਦੀ ਕਲਾ ਖਿੱਚੀ ਜਾਂਦੀ ਹੈ ਫਿਰ ਢਹਿ ਢੇਰੀ ਹੋ ਜਾਂਦਾ ਹੈ ਮਨੁੱਖ, ਮਿੱਟੀ ਦੀ ਢੇਰੀ ਬਣ ਕੇ ਰਹਿ ਜਾਂਦਾ ਹੈ।
कोई उहदी ताकत, कोई उहदा हुक्म चलदा ही नहीं है। सतगुरु जी कहते मनुख बड़ा सियाना है, सुंदर है, पर जे परमात्मा अपनी कला खिंच ले तो दी सुंदरता किधर गई। रूपवंत होए ना ही मोह है, प्रभ की जोत सगल कट सो है। धनवंता होए क्या को गर्व है, ਜਾਂ ਸਭ ਕਿਸ ਦੀਆ ਦਰਬ ਹੈ। ਜਦੋਂ ਸਭ ਕੁਝ ਪਰਮਾਤਮਾ ਦਾ ਹੀ ਦਿੱਤਾ ਹੈ, ਜੇ 4 ਪੈਸੇ ਸਾਡੇ ਕੋਲ ਬਹੁਤੇ ਆ ਗਏ ਤੇ ਹੰਕਾਰ ਕਿਸ ਗੱਲ ਦਾ, ਇਹ ਤੇ ਬਹੁਤਾ ਥੋੜਾ ਸਭ ਪਰਮਾਤਮਾ ਦਾ ਹੀ ਦਿੱਤਾ ਹੋਇਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਵਾਹਿਗੁਰੂ ਜੀ ਤੁਹਾਡੀ ਬਖਸ਼ਿਸ਼ ਤੋਂ ਬਿਨਾ ਪ੍ਰਭੂ ਜੀ ਮੈਂ ਚੀਜ਼ ਕੀ ਹਾਂ, ਮੈਂ ਤੇ ਅਨਾਥ ਹਾਂ, ਮੈਂ ਤੇ ਵਿਚਾਰਾ ਜਿਹਾ ਹਾਂ। ਜਦੋਂ ਤੁਸੀਂ ਬਖਸ਼ਿਸ਼ ਕਰਦੇ ਹੋ ਉਦੋਂ ਹੀ ਮੈਨੂੰ ਈਮਾਨ ਮਿਲਦਾ ਹੈ। ਕਮਨ ਮੂਲ ਤੇ ਮਾਨੁਖ ਕਰਿਆ, ਇਹ ਪ੍ਰਤਾਪ ਤੁਹਾਰਾ। ਇਹ ਵਾਹਿਗੁਰੂ ਮੇਰਾ ਮੁੱਢ ਕੀ ਹੈ। ਜੇ ਅਸੀਂ ਦੇਖੀਏ ਇਮਾਨਦਾਰੀ ਨਾਲ ਬੈਠ ਕੇ ਆਪ ਨੜੇ ਗਿਰੀਵਾਨ ਵਿੱਚ ਝਾਤ ਮਾਰ ਕੇ, ਤੇ ਸਾਡੀ ਆਰੰਭਤਾ ਕਿੱਥੋਂ ਹੁੰਦੀ ਹੈ, ਜਾਂ ਸਾਡਾ ਮੁੱਢ ਕੀ ਹੈ, ਮੂਲ ਕੀ ਹੈ। ਸਾਡਾ ਮੂਲ ਹੈ ਮਾਂ ਕੀ ਰਕਤ ਪਿਤਾ ਬਿੰਦ ਧਾਰਾ। ਮਾਂ ਦੇ ਖੂਨ ਮਿੱਝ ਤੋਂ ਅਸੀਂ ਬਣੇ ਹਾਂ, ਪਿਤਾ ਦੀ ਬਿੰਦ ਤੋਂ ਇੱਕ ਬੂੰਦ ਤੋਂ ਅਸੀਂ ਬਣੇ, ਇਹ ਸਾਡਾ ਮੂਲ ਹੈ। ਪਰ ਕਮਨ ਮੂਲ ਤੇ ਮਾਨੁਖ ਕਰਿਆ, ਉਸ ਪ੍ਰਮਾਤਮਾ ਨੇ ਦੇਖੋ ਕਿੱਥੋਂ ਇੱਕ ਨਿੱਕੀ ਜੀ ਬੂੰਦ ਤੋਂ ਕਿਹੋ ਜਿਹਾ ਕਿੰਨਾ ਮਹਾਨ ਸਰੀਰ ਬਣਾ ਦਿੱਤਾ ਹੈ। ਕਿੰਨੀਆਂ ਸੋਹਣੀਆਂ ਅੱਖਾਂ ਲਗਾ ਦਿੱਤੀਆਂ, ਸੁਣਨ ਲਈ ਕੰਨ ਦੇ ਦਿੱਤੇ ਨੇ, ਬੋਲਣ ਲਈ ਰਸਨਾ ਦੇ ਦਿੱਤੀ ਹੈ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਨ ਮਨ ਰਾਖਿਆ ਅਗਨੀ ਪਾਏ, ਵਾਜੇ ਪਵਨ ਆਖੇ ਸਭ ਜਾਏ। परमात्मा ने इस सोहने ज्ञान इंद्रे ला के गुरबाणी में सतगुरु जी ने सानू याद कराया बंदिया, जे प्रसाद सुने करन नाद, जे प्रसाद पेखें बिस्माद। जिहदी कृपा सदका कन्नां दे नाल तू तरह तरह दीयां आवाज़ां सुनदा, जिहदी कृपा सदका तू अखां दे नाल बड़े बड़े अद्भुत नज़ारे देखदा, जिहदी कृपा सदका तू 36 प्रकार दे भोजन खाना, जिहदी कृपा सदका तू सोहणे घरां च रहिंदा, जिहदी कृपा सदका तेरे घर च तेरा परिवार है, बाल बच्चे खेड रहे ने, जिहदी कृपा सदका तेरा एडा कारोबार है। जिस परमात्मा ने इन्नी सोहनी तैनूं धरती दित्ती है, वो परमात्मा दे नाल भी कदी तू जुड़े है, कदी उहदे प्यार च जुड़े है। साहब जी कहंदे वाहिगुरू जी साडा मुੱਢ की ते तुसीं सानूं बना के दित्ता है। ये ते वाहिगुरू जी दी महिमा है कि कवन मूल ते कवन दृष्टानी, जिन तू साज सवार शंगारिया, गर्भ अगन में जिन्हें उबारिया, बार वस्ता तुझे प्यारे दूध, पर जोवन भोजन सुख सूद, बिरद प्याओ ऊपर साख सैन, मुख प्याओ बैठ को दैन। सतगुरु जी कहते देख की तेरा मुੱਢ ते तैनू बना के दिता है। फिर वाहिगुरु जी ने तैनू साजिया सवारिया शिंगारिया, ढांचा बनाया ही नहीं है, फिर इनू सोहणिया बनाया है। फिर इसनू बाहरले कर्म इंद्रे लगा के शिंगार दिता है, किन्नी सुंदरता बना दी परमात्मा ने। सतगुरु जी कहते कवन मूल ते कवन दृष्टानी, ओ भलिया तेरा मुੱਢ की ते तेनू किन्ना सोहना बना दिता परमात्मा ने। उस परमात्मा ने प्यार च कदी जुड़ के देखे। धन गुरु अर्जन साहिब जी महाराज कहते वाहिगुरू जी कवन मूल ते मानुख करिया। आ मनुख जिहड़ा कहंदा जी रब है ही नहीं है, ये मनुख जिहड़ा अपने आप नूं धरती दे उपर मालक समझण लग पिया, जिहड़ा प्रकृति नाल टक्कर लैण लग पिया। सतगुरु जी कहंदे ना मुੱਢ है की, मूल है की है। किस मूल तो परमात्मा ने किड्डी सोहनी देहुरी बना दित्ती, किन्ना सुंदर शरीर बनाता, जिस शरीर की महिमा गुरबाणी विच भी होर धर्म ग्रंथां च भी गायन कीती है। कबीर मानस जन्म दुर्लभ है, होए ना बारंबार। दुर्लभ मनुखा देही परमात्मा ने दिती है। ये देही इन्नी महान है, जे इहदा मुੱਢ देखिए तो की है, पर किन्नी महान बन गई। हरिमंदर इहो शरीर है, ये शरीर हरिमंदर बन गया, इस परमात्मा हरि आप आके बैठ गया। इन्ना सोहना परमात्मा ने साडा ये वजूद बना दिता, हस्ती बना दी। साहब कहंदे यह प्रताप तुहारा। वाहिगुरू जी ये तुहाडी वडियाई है, ये तुहाडा प्रताप है। कोई कहे जी वाहिगुरू जी किहो जे ने, परमात्मा किहो जिहा है, प्रभु किहो जिहा है, रब किहो जिहा है। वो तो इदां ही गल होएगी जेकर कोई कहे जी बिजली किहो जी है, मैनू बिजली दिखाओ, दिखदी क्यों नहीं, मैं अखां ध्यान टिका के समाधि लगा के बैठदा, मैनू बिजली दिखा दिओ। हुण बिजली
देखी नहीं जा सकती, बिजली फड़ी नहीं जा सकती। फड़न का यतन करांगे तो असीं नुकसान कर लांगे अपना। उन्होंने देखिया ही नहीं जा सकता, वो कोई रंग नहीं है, रूप नहीं है। परमात्मा का कोई रूप रेख रंग नहीं है, उन्होंने देखिया जा ही नहीं सकता। रोज बचन पढ़ते चक्कर चिन्ह अर बरन जात अर पात नाहिन जे रूप रंग अरेख पे को कह न सकत के अचल मूर्त अनुभव प्रकाश में तोज कही जय कोट इंद्र इंद्राण साहे सहण गणी जय। वो परमात्मा दा कोई रूप नहीं, चक्कर नहीं, शक्ल नहीं, आकार नहीं, उन्होंने अखां नाल नहीं देखिया जा सकता। जिवें कोई कहे मैं बिजली नूं देखणे नहीं देखिया जा सकता, जिवें कोई कहे मैं बिजली नूं हत्थां 'च फड़ना नहीं फड़िया जा सकता। इवें परमात्मा नूं फड़िया नहीं जा सकता, परमात्मा नूं देखिया नहीं जा सकता। हुण परमात्मा दे बारे पता किवें लगे? मनुख कहंदा परमात्मा है ही नहीं। हुण कोई कहे जी बिजली है ही नहीं, असीं कहांगे पक्खा चल रहा है ना, लाइट चल रही है, AC चल रहा है, बिजली है तां ही चलदे ना। बिजली है जां नहीं है दा पता उदों लगदा है जदों बिजली चली जावे, फिर पता लगदा है। बिजली चली जाए फिर आपां देखदे सारे साधन बंद हो जांदे ने। गर्मी दे विच मनुख कितना परेशान हो जाता है, कोई कारोबार नहीं चलता। आप कहने कि बिजली तो बिना तो बहुत बुरा हाल है, बिजली तो बिना तो जिंदगी नहीं है। परमात्मा है जे देखना है तो असीं अपने वाल ही देख लिया करिए कि साडी हस्ती की है। साडियां अखां दे सामने किन्ने को साडे वड्डे वडेरे जां साडे रिश्तेदार संबंधी गए ने, तुरे फिरदे सन, बड़े सोहणे लगदे सन, देखदियां देखदियां धरती ते लेट गए, खत्म हो गए, नज़र नहीं आउंदे। जिन्ना चिर उन्हां च रब्बी जोत सी उन्ना चिर ही वो चलते रहे। जदों जोत निकल गई उदों खत्म हो गया काम। इत्थों पता लग जाएगा कि रब है। रब है जे देखना है तो कदी आपां प्रकृति नाल जुड़िया करिए। बलिहारी कुदरत वसिया तेरा अंत न जाई लखिया। कदी पहाड़ां ते, कदी दरियावां समुद्रां कंढियां ते जाके, कदी चश्मियां दे कोल जाके, कदी आपां बाग बगीचियां च बोलदे हुए पंछियां नूं, खिड़े हुए फुल्लां नूं, तरह तरह के लहलाउंदे हुए फलां नूं देख के देखिए ना, ये कुदरत है तां ही कुछ बनिया होया है ना। ये किसी का साजिया नवाजिया किसी शक्ति के नाल काम चल रहा है। कोई कहे जाए जी रब है नहीं तो कहण नाल की हो जाएगा? उहदे नां कहण दे नाल रब किथे चलिया नहीं जाना। रब ते जो है वो है, लेकिन वो सिर्फ साडी अपनी सूझबूझ ते निर्भर करता है। सतगुरु साहिब जी कहते वाहिगुरु जी यही तो तुहाडा प्रताप है, वडियाई है, ये तुहाडी महिमा है कि तुसी किस बूंद तो मनुख की सिरजना कर दी है। किसी मनुख की वडियाई देखनी होए तो कपड़ियों तो नहीं देखी जा सकती। किसी मनुख की वडियाई देखनी हो तो गल्लां नाल भी नहीं देखी जा सकती। देखनी होए तो उहदे कम्मां तो पता लगेगा कि वह किहो जिहा। किसी बारे तुसी कही जाओ जी ये बड़ा तगड़ा आर्टिस्ट है, ये बहुत सोहणियां तस्वीरां बनाउंदा, कही जाओ। हाँ, जदों उहदी असीं कोई तस्वीर बनी देखांगे फिर उहदी महानता दा सानूं पता लगेगा। किसी मनुख दे काम नूं देखांगे फिर उहदी महानता दा सानूं पता लगेगा। परमात्मा वड्डा है, इहदे च कोई शक नहीं, पर कहण नाल ही सानूं नहीं पता लगेगा। पता तो उदों लगेगा जदों दे कीते होए कम्मां नूं आपां देखांगे। एडा वड्डा जगत किवें चल रहा है, किवें धरती किहदे आसरे ते टिकी हुई है, ये चंद्रमा ये सूरज किवें चल रहे हैं, ये सारा ब्रह्मांड किसने बनाया होया है? ये परमात्मा दा प्रताप है। प्रताप दा अर्थ हुंदा वडियाई। गुरबाणी ये गल कहंदी जदों परमात्मा दीयां वडियाइयां सुनोगे, परमात्मा दा प्रताप सुनोगे, सुन प्रताप गोबिंद निरभउ भय मन। गोबिंद का प्रताप सुन के तुसी निरभउ हो जाओगे, क्योंकि असी अजे लोगों का प्रताप ही जानते हैं कि फलाने मिनिस्टर का बड़ा हुक्म चलता है, फलाने का बड़ा तगड़ा काम है, फलाने दे कोल बड़ी दौलत है, फलाना जिहड़ा है वो बहुत कुछ कर सकता है। असी लोगों दीयां गल्लां सुनियां ने, कदी परमात्मा दीयां गल्लां ते सुन के देखिए ना, परमात्मा दीयां वडियाइयां सुन के देखिए। वो परमात्मा दीयां वडियाइयां सानूं कित्थों पता लगणगीਆਂ? जे आपां कोई रब की सिफत सलाह वाले ग्रंथ नूं पढ़ांगे। रोज़ पढ़ते असी परमात्मा दीयां वडियाइयां, पर पढ़द्या होया भी असी सुनते नहीं है। गावन तुदनो पौन पानी बैसंत्र गावे राजा धर्म द्वारे, गावन तुनो चित गुप्त लिख जान लिख ल धर्म विचारे, गावन तुनो ईश्वर ब्रह्मा देवी सोहन तेरे सदा सवारे, गावन तुनो इंद्र इंद्रासन बैठे देवतियां दर नाले, गावन तुनो सिद्ध समाधि अंदर, गावन तुनो साध विचारे। यह परमात्मा की महिमा ही है।
ਉਹਦਾ ਪ੍ਰਤਾਪ ਹੈ ਕਿ ਧਰਮਰਾਜ ਉਹਨੂੰ ਗਾ ਰਿਹਾ ਹੈ, ਦੇਵਤੇ ਉਹਨੂੰ ਗਾ ਰਹੇ ਨੇ, ਸਿੱਧ ਸਮਾਧੀਆਂ 'ਚ ਬੈਠੇ ਗਾ ਰਹੇ ਨੇ, ਵੱਡੇ ਵੱਡੇ ਜਤੀ ਸਤੀ ਵੱਡੇ ਵੱਡੇ ਸੂਰਮੇ ਉਹਨੂੰ ਗਾ ਰਹੇ ਨੇ। ਕਿੰਨੇ ਕੁ ਗਾ ਰਹੇ ਹੋ ਤੇ ਸਾਡੀ ਗਿਣਤੀ 'ਚ ਹੀ ਨਹੀਂ ਹੈ, ਤੇ ਮੋਟੇ ਮੋਟੇ ਦੱਸੇ ਸਤਿਗੁਰੂ ਜੀ ਕਹਿੰਦੇ ਹੋਰ ਕੀਤੇ ਤੁਧਨੋਂ ਗਾਵਨ ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਅਸੀਂ ਕਦੀ ਪ੍ਰਕਿਰਤੀ ਨਾਲ ਜੁੜ ਕੇ ਤਾਂ ਦੇਖੀਏ ਨਾ ਕਿ ਕਿਵੇਂ ਪ੍ਰਕਿਰਤੀ ਉਹਦੀ ਰਜਾ 'ਚ ਚੱਲ ਰਹੀ ਹੈ, ਉਹਦੇ ਪਾਣੀ ਚੱਲ ਰਹੀ ਹੈ, ਪੌਣ ਉਹਨੂੰ ਗਾ ਰਹੀ ਹੈ, ਪਾਣੀ ਉਹਨੂੰ ਗਾ ਰਿਹਾ ਹੈ, ਅੱਗ ਉਹਨੂੰ ਗਾ ਰਹੀ ਹੈ। ਅੱਗ ਉਹਨੂੰ ਗਾ ਰਹੀ ਸਾਨੂੰ ਕਿਵੇਂ ਨਜ਼ਰ ਆਏਗੀ, ਪੌਣ ਉਹਨੂੰ ਗਾ ਰਹੀ ਸਾਨੂੰ ਕਿਵੇਂ ਨਜ਼ਰ ਆ ਰਹੀ। ਦੇਖੋ ਇਹ ਪ੍ਰਮਾਤਮਾ ਦਾ ਪ੍ਰਤਾਪ ਹੈ ਨਾ। ਸਗਲ ਬਨਸਪਤ ਮੈਂ ਬੈਸੰਤਰ ਸਗਲ ਦੂਧ ਮੈਂ ਕੀਆ। ਲੱਕੜਾਂ ਦੇ ਵਿੱਚ ਅੱਗ ਟਿਕਾਈ ਹੋਈ ਪ੍ਰਮਾਤਮਾ ਨੇ, ਲੱਕੜ ਦੇ ਵਿੱਚ ਅੱਗ ਰਹਿੰਦੀ ਹੋਈ ਲੱਕੜ ਨੂੰ ਸਾੜਦੀ ਨਹੀਂ ਹੈ। ਇਹ ਪ੍ਰਮਾਤਮਾ ਦਾ ਪ੍ਰਤਾਪ ਹੈ ਨਾ। ਪਾਣੀ ਦੇ ਵਿੱਚ ਅੱਗ ਰੱਖੀ ਹੋਈ ਹੈ, ਬਦਲਾਂ ਦੇ ਵਿੱਚ ਅੱਗ ਰੱਖੀ ਹੋਈ ਹੈ, ਇਹ ਪ੍ਰਮਾਤਮਾ ਦਾ ਪ੍ਰਤਾਪ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਦੋਂ ਪ੍ਰਮਾਤਮਾ ਦਾ ਪ੍ਰਤਾਪ ਸੁਣਾਂਗੇ, ਵਡਿਆਈ ਸੁਣਾਂਗੇ, ਉਹਦੀ ਮਹਿਮਾ ਸੁਣਾਂਗੇ, ਫਿਰ ਸਾਡੇ ਡਰ ਕੱਟੇ ਜਾਣਗੇ। ਗੁਸਾਈ ਪ੍ਰਤਾਪ ਤੁਹਾਰੋ ਡੀਠਾ। ਇਹ ਪ੍ਰਮਾਤਮਾ ਮੈਂ ਜਦੋਂ ਤੁਹਾਡਾ ਪ੍ਰਤਾਪ ਦੇਖਿਆ, ਤੁਸੀਂ ਤੇ ਸਾਰੇ ਥਾਵਾਂ ਤੇ ਪਸਰੇ ਹੋਏ ਹੋ, ਸਗਲ ਛਤਰਪਤ ਬੀਠਾ, ਸਾਰੇ ਥਾਵਾਂ ਤੇ ਤੁਹਾਡਾ ਛਤਰ ਝੁੱਲ ਰਿਹਾ ਹੈ। ਜਦੋਂ ਮੈਂ ਦੇਖਿਆ ਤੁਸੀਂ ਤੇ ਹਰ ਹਿਰਦੇ 'ਚ ਬੈਠੇ ਹੋਏ ਹੋ, ਤੁਸੀਂ ਤੇ ਪੱਥਰਾਂ ਦੇ ਰਿਜ਼ਕ ਦੇ ਰਹੇ ਹੋ। ਸ਼ੈਲ ਪੱਥਰ ਮੈਂ ਜੰਤੂ ਪਾਏ ਤਾਂਕਾ ਰਿਜ਼ਕ ਆਗੇ ਕਰਤ ਰਿਹਾ। ਬਾਬਾ ਧੰਨਾ ਸਾਹਿਬ ਜੀ ਨੇ ਬਚਨ ਕੇ ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ ਦੇ ਆਹਾਰ ਅਗਨ ਮੈਂ ਰਾਖੇ ਐਸਾ ਖਸਮ ਹਮਾਰਾ। ਸਾਡਾ ਮਾਲਕ ਇਹੋ ਜਿਹਾ ਹੈ, ਉਹ ਕੋਈ ਇਹ ਨਹੀਂ ਹੈ ਕਿ ਪੱਥਰ ਦਾ ਹੈ ਤੇ ਉਹਦੇ ਮੂਹਰੇ ਲਿਆ ਕੇ ਰੋਟੀਆਂ ਰੱਖੋ ਤੇ ਫਿਰ ਉਹ ਛਕੇਗਾ। ਸਾਡਾ ਪ੍ਰਮਾਤਮਾ ਤੇ ਰੋਟੀਆਂ ਦੇਣ ਵਾਲਾ ਹੈ। ਸਾਡਾ ਪ੍ਰਮਾਤਮਾ ਤੇ ਪੱਥਰਾਂ 'ਚ ਵੀ ਰਿਜ਼ਕ ਦੇਣ ਵਾਲਾ ਹੈ। ਔਰ ਇੱਥੇ ਬਸ ਨਹੀਂ ਹੈ, ਮਾਤਾ ਕੇ ਉਦਰ 'ਚ ਸਾਡੇ ਸਰੀਰ ਦੀ ਸਿਰਜਣਾ ਕਰਕੇ ਦੇਖੋ ਕਮਨ ਮੂਲ ਤੋਂ ਸਾਡੇ ਸਰੀਰ ਨੂੰ ਬਣਾਇਆ ਤੇ ਫਿਰ ਸਾਡੀ ਪ੍ਰਤਪਾਲਣਾ ਕਰਦਾ ਹੈ। ਸਾਰੀ ਜ਼ਿੰਦਗੀ ਸਾਡੀ ਪ੍ਰਤਪਾਲਣਾ ਕਰਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਇਹ ਪ੍ਰਮਾਤਮਾ ਦਾ ਪ੍ਰਤਾਪ ਹੈ। हे ਵਾਹਿਗੁਰੂ ਜੀਓ, ਇਹ ਪ੍ਰਤਾਪ ਤੁਹਾਰਾ, ਇਹ ਤੁਹਾਡੀ ਮਹਿਮਾ ਹੈ, ਇਹ ਤੁਹਾਡੀ ਵਡਿਆਈ ਹੈ ਕਿ ਕੀ ਸਾਡਾ ਮੁੱਢ ਸੀ ਤੇ ਸਾਨੂੰ ਤੁਸੀਂ ਬਣਾ ਕੇ ਦਿੱਤਾ ਹੈ। ਰਹਾਉ ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨਾ ਜਾਏ ਅਪਾਰਾ। हे ਵਾਹਿਗੁਰੂ ਜੀ, ਤੁਸੀਂ ਸਾਡੇ ਜੀ ਦੇ ਦਾਤੇ, ਤੁਸੀਂ ਸਾਡੇ ਪ੍ਰਾਣਾਂ ਦੇ ਦਾਤੇ, ਤੁਸੀਂ ਹਰ ਮਨੁੱਖ ਦੇ ਦਾਤੇ ਹੋ। ਹਰ ਮਨੁੱਖ ਨੂੰ ਜ਼ਿੰਦਗੀ ਦੇਣ ਵਾਲੇ, ਰਿਜ਼ਕ ਦੇਣ ਵਾਲੇ, ਹਰ ਮਨੁੱਖ ਦੀ ਪ੍ਰਤਪਾਲਣਾ ਕਰਨ ਵਾਲੇ ਤੁਸੀਂ ਆਪ ਹੋ। ਤੁਹਾਡੇ ਗੁਣ ਕਿੰਨੇ ਕੁ ਨੇ? ਅਪਾਰਾ। ਅਪਾਰਾ ਦਾ ਅਰਥ ਕਿ ਅਪਰ ਅਪਾਰ, ਪਰੇ ਤੋਂ ਪਰੇ। ਤੁਹਾਡੇ ਗੁਣ ਕਹੇ ਨਹੀਂ ਜਾ ਸਕਦੇ, ਇੰਨੇ ਗੁਣ ਅਪਰ ਅਪਾਰ ਨੇ ਕਿ ਤੁਹਾਡੇ ਗੁਣ ਬਿਆਨ ਹੀ ਨਹੀਂ ਕੀਤੇ ਜਾ ਸਕਦੇ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਹਵਾ ਏਕ ਕਮਨ ਗੁਣ ਕਹੀਐ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨਹੀ ਲਈਐ। हे ਬੇਸ਼ੁਮਾਰ ਬੇਅੰਤ ਵਾਹਿਗੁਰੂ ਜੀਓ, ਸਾਡੀ ਤੇ ਜਿਹਵਾ ਇੱਕ ਹੈ, ਅਸੀਂ ਤੁਹਾਡੇ ਕਿੰਨੇ ਕੁ ਗੁਣ ਬਿਆਨ ਕਰ ਸਕਦੇ ਹਾਂ। ਤੁਹਾਡਾ ਅਸੀਂ ਕਿਸੇ ਵੀ ਤਰੀਕੇ ਦੇ ਨਾਲ ਅੰਤ ਨਹੀਂ ਲੈ ਸਕਦੇ, ਪਾਰਾਵਾਰ ਨਹੀਂ ਪਾ ਸਕਦੇ, ਜਿਸ ਪੱਖ ਤੋਂ ਵੀ ਤੁਰ ਪਈਏ। ਪਰਮਾਤਮਾ ਦਾ ਹੁਕਮ ਕਿੱਡਾ ਵੱਡਾ ਹੈ, ਕੋਈ ਨਹੀਂ ਜਾਣ ਸਕਦਾ। ਪਰਮਾਤਮਾ ਦੀ ਇਹ ਰਚਨਾ ਕਿੱਡੀ ਕੁ ਵੱਡੀ ਹੈ, ਕੋਈ ਨਹੀਂ ਜਾਣ ਸਕਦਾ। ਮਨੁੱਖ ਨੇ ਬਹੁਤ ਯਤਨ ਕੀਤਾ ਹੈ, ਮਨੁੱਖ ਬਹੁਤ ਯਤਨ ਕਰ ਰਿਹਾ ਹੈ ਕਿ ਪਰਮਾਤਮਾ ਦੀ ਰਚਨਾ ਦਾ ਅੰਤ ਪਾ ਲਿਆ ਜਾਏ, ਪਰ ਮਨੁੱਖ ਨਾ ਪਾ ਸਕਿਆ ਨਾ ਪਾ ਸਕੇਗਾ। ਪਰਮਾਤਮਾ ਦਾ ਜੋ ਕੁਝ ਵੀ ਹੈ ਉਹ ਬੇਅੰਤ ਹੈ। ਸਤਿਗੁਰੂ ਨਾਨਕ ਸਾਹਿਬ ਕਹਿੰਦੇ ਅੰਤ ਨ ਸਿਬਤੀ ਕਹਿਣ ਨਾ ਅੰਤ, ਅੰਤ ਨ ਕਰਨੇ ਦੇਣ ਨਾ ਅੰਤ, ਅੰਤ ਨ ਵੇਖਣ ਸੁਣ ਨਾ ਅੰਤ, ਅੰਤ ਨ ਜਾਪੇ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਆਕਾਰ, ਅੰਤ ਨ ਜਾਪੇ ਪਾਰਾਵਾਰ, ਅੰਤ ਕਾਰਨ ਕੇਤੇ ਬਿਲ ਲਾਏ ਤਾਂ ਕਿ ਅੰਤ ਨ ਪਾਏ ਜਾਏ। ਕਿਸੇ ਪੱਖ ਤੋਂ ਵੀ ਉਹਦਾ ਅੰਤ ਪਾ ਹੀ ਨਹੀਂ ਸਕਦੇ, ਉਹ ਅਪਰ ਅਪਾਰ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਕਿ हे ਵਾਹਿਗੁਰੂ ਜੀਓ, ਗੁਣ ਕਹੇ ਨਾ ਜਾਹੇ ਅਪਾਰਾ। ਤੁਹਾਡੇ ਗੁਣ ਅਪਰ ਅਪਾਰ ਨੇ, ਪਰੇ ਤੋਂ ਪਰੇ। ਪਰਮਾਤਮਾ ਦੇ ਗੁਣ ਗਾਉਣ ਦੀ ਸਾਨੂੰ ਵਾਰ-ਵਾਰ ਸਤਿਗੁਰੂ ਜੀ ਨੇ ਪ੍ਰੇਰਣਾ ਕੀਤੀ ਹੈ। ਜ਼ਿੰਦਗੀ ਪਰਮਾਤਮਾ ਦੇ ਗੁਣ ਗਾਉਣ ਲਈ ਮਿਲੀ ਹੈ। ਗੁਣ ਨਹੀਂ ਗਾਵਾਂਗੇ ਸਾਡੀ ਜ਼ਿੰਦਗੀ ਬਿਰਥਾ ਚਲੀ ਜਾਏਗੀ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ 'ਚ ਬਚਨ ਕੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀਨ। ਜ਼ਿੰਦਗੀ ਬਿਰਥਾ ਚਲੀ ਗਈ ਜਿਨਨੇ ਰੱਬ ਦੇ ਗੁਣ ਨਹੀਂ ਗਾਏ। ਸਾਧੂ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਆ ਬਿਰਥਾ ਕਾਹੇ ਗਵਾਵੋ।
भाई जिंदगी अमोलक इहनूं बिरथा काहनूं गवाउंदी। सवाल यह है कि गोबिंद के गुण गाउणे काहदे लई ने? जे उहदे गुणां दा असीं अंत नहीं पा सकते तो गाउणे काहदे लई ने? सतगुरु जी कहते गुण गाउण का अर्थ ये नहीं है कि असीं परमात्मा के गुणां का अंत पा लवांगे। परमात्मा के गुणां का अंत को पा नहीं सकिया, ना पा सकेगा। परमात्मा के गुण असीं इस लई गाउणे ने कि उहदे गुण गाउंदियां गाउंदियां वो गुण साडी जिंदगी च आ जाण। उहदे गुण गाउंदियां गाउंदियां असीं वो गुणां वाले बन जाइए, उस गुणां दे दाते दा रूप बन जाइए। उहदे गुण इस लई गाउणे ने। आपां देखदे हां कोई मनुख धनवान होए, कोई मनुख दे कोल पावर होए, रुतबा होए, दुनिया उहदे गुण गाउंदी है। इस करके गाउंदी है कि उहदी कोई खुशी मिल जाए। ये तो दुनियावी लोगों का सुभाव है ना। लेकिन परमात्मा की तो खुशी हमेशा ही है साडे ते। परमात्मा कभी किसी नाल नाराज नहीं हुंदा जां किसी नूं वध घट नहीं दिंदा। ये तो जिन्ना असीं उहदे शुकराने च जुड़ते जावांगे, जिन्ना उहदे गुण गाउंदे जावांगे, उन्ने असीं महान बनते जावांगे, उच्चे उठते चले जावांगे। परमात्मा के गुण इसलिए गाउणे ने कि असीं गुणवान बन सकीए, अवगुणां तो मुक्त हो सके। अवगुण साडी जिंदगी च दुखां दा कारण ने। परमात्मा के गुण इसलिए गाउणे ने कि असीं परमात्मा का रूह बन सकीए। असीं आए परमात्मा का रूह बन लिए ना। गोबिंद मिलन की है तेरी बरीआ। वैसे भी देखो ना, परमात्मा ने कितना कुछ सानू दिता है। कितना सोहना शरीर बनाया है, कितनी सोहनी धरती बनाई है, किन्ने अनंत पदार्थ साडे खाण लई उन्हें दिते ने। वो दातां दे ही जा रहे, असीं वरती जा रहे हैं। कदी परमात्मा ने सानू कहा कि तुहानू इन्ना कुछ दिता है, होर नहीं देना, तुसीं मैनू याद नहीं करदे। कदी परमात्मा ने किसी ने कोई बिल भेजा होए कि अज तक तू इन्ना कुछ खा लिया धरती ते, जां इन्ने स्वास तैनू दिते ने? कदी परमात्मा ने लेखा जोखा किया ही नहीं। एक बंदा है जे रब का नाम ले तो तां भी गिणतियां कर लग पैंदा माला दे नाल। ये मनुख का होशापण है। परमात्मा ने दातां दे के कदी चेतारिया ही नहीं है। वो तो दातां दे ही जांदा, देंदा दे, लैंदे थक पाए, जुगा जुगंतर खा ही खाए। परमात्मा के गुण इसलिए भी गाउणे ने कि सानू किन्नियां दातां दे रहे हैं। देखो ना, कोई साडे ते एहसान करे, असीं उहनूं चेते ना करिए, आपां कहंदे ते अकिरत कण बनदा है। परमात्मा नहीं कहंदा मैनूं चेते करो, लेकिन एक नैतिकता है जिंदगी की कि आपां अकिरत कण ना बणीए। आपां उस परमात्मा दे धन्नवादी होईए, उस परमात्मा दे गुण गाइए जिन्हें इन्ना कुछ सानू दिता है। वो बंदा थोड़ी जी चीज़ दे के देखो ना, फिर वो चाहुंदा मेरे गुण गाओ। असीं उहदा कई बारी धन्नवाद करते हैं। परमात्मा नहीं कहंदा मेरे गुण गाओ, लेकिन धन्नवाद करना साडी जिंदगी का एक फर्ज है। परमात्मा के गुण गाउणे ने इस करके, जिवें पंछी है ना, पंछी आकाश उड़दा है, उच्ची उड़ारी, लम्मी उड़ारी मारदा है। वो को आकाश का अंत नहीं लै लेगा, लेकिन अडारी भर के आनंद तो मान सकता है ना। मच्छी पानी च तरदी है, तर के वो पानी का समुद्र का अंत नहीं पा सकेगी, लेकिन जिंदगी तो माणदी है ना। असी परमात्मा के गुण गा के परमात्मा का अंत नहीं पा सकांगे, लेकिन परमात्मा ने गुण गा के जिंदगी का आनंद तो लै सकांगे। जे आनंद मानना है, परमात्मा के गुण गाने चाहिए ने। परमात्मा ने गुण गाने ने कि असी अपनी जिंदगी नूं आनंद दे नाल भर सकीए। ज्यों ज्यों परमात्मा के धन्नवादी हुंदी जावांगे। देखो साडी जिंदगी च दुखां दा दुख ने, परेशानियां ने, क्यों ने? वो इसलिए नहीं कि सानू रब ने कुछ नहीं दिता। जिस मनुख नूं परमात्मा ने जिंदगी दे दी, तंदुरुस्ती दे दी, घर परिवार देता है, उन्होंने होर की चाहिए? इन्ना कुछ परमात्मा ने दिता है, असीं उहदे धन्नवादी होईए। वो तो इन्ना दयालु, उसते चौगन करे निहाल, नानक साहिब सदा दयाल। वो तो होर दातां देण दे लई हमेशा ही उतावला रहिंदा है। धरती ते जो कुछ बनिया ये मनुख दा ही है। परमात्मा ने कुछ नहीं खाना, परमात्मा ने कुछ नहीं वरतना। ये अनंत पदार्थ मनुख लिए बनाए ने परमात्मा ने। हुण मनुख इन्नियां दातां लैके शुकराना भी ना करे, अकिरत कण बन जाए, यही साडे दुखां दा कारण है, होर कोई नहीं है। जिन्ने असीं अकिरत कण होवांगे, भावें साडे कोल दुनिया दा धन दौलत रुतबे सब कुछ होण, पर असीं खुशहाल नहीं हो सकांगे, प्रसन्न नहीं हो सकेंगे, साडी जिंदगी च आनंद नहीं वापरेगा। जिन्ने असीं धन्नवादी हुंदे जावांगे। खुशहाली दा संबंध बाहरले स्टेटस नाल नहीं है कि मेरे को बहुत वड्डा घर है तो मैं बड़ा खुशहाल होवांगा।
घर मुबारक ने, रुतबे मुबारक ने, ये मनुख ਲਈ ने, मनुख नहीं वरतने। लेकिन वड्डे घर ते छोटे घर नाल खुशहाली का संबंध नहीं है, बहुते धन जां थोड़े धन नाल खुशहाली का संबंध नहीं है, जां बहुत वड्डे रुतबे दे नाल खुशहाली का संबंध नहीं है। खुशहाली का संबंध तुहाडे मन की अवस्था दे नाल है। जिन्ना तुसीं शुकराने च जुड़ते जाओगे, जिन्ना तुसीं परमात्मा का धन्नवाद करते जाओगे, प्रकृति के धन्नवादी होंदे जाओगे, उन्ना तुसीं खुशहाल होंदे जाओगे, उन्ने तुसीं अमीर होंदे जाओगे। पर जिन्ना तुसीं अंदरों अकिरत कान होवोगे, रब दे धन्नवादी नहीं होवोगे, ना शुक्रे होवोगे, बाहरों भावें सब कुछ होवे, तुसीं खुशहाल नहीं कदी हो सकदे। खुशहाली का अर्थ यह नहीं कि मेरे को धन है तो खुशहाली। बहुत सारे धनवान देखे ने, वो खुशहाल ही नहीं मिलणगे, बड़े परेशान मिलणगे, चेहरे ते त्यूड़ियाँ, मत्थे ते वट पे खिजे मिलणगे, क्रोधी मिलणगे, बड़े दुखी मिलणगे। उन्हां दे दुख सुन सुन के तुसीं हैरान रह जाओगे, सोचोगे असीं ते बहुत चंगे हैं इन्हां नालों। खुशहाली का संबंध तुहाडे मन की अवस्था दे नाल है। इस करके वो खुशहाली कदों वापरेगी? जदों असीं परमात्मा दे धन्नवादी होवांगे, वाहिगुरू जी दे धन्नवादी होवांगे। सतगुरु साहिब जी कहते हैं कि वह परमात्मा जिहड़ा है वो तो सारे जीवां नूं जीवन देण वाला है, प्राणां दा दाता है, रिजक देण वाला है। उहदे तां गुण, उहदे परोपकार ही इन्ने क ने, गुण कहे ना जाहे अपारा। गुण दा अर्थ है उहदे उपकार इन्ने कु ने कि असीं तां कह ही नहीं सकदे। उहदे गुण बेअंत ने, उपकार बेअंत ने उस परमात्मा दे। सब के प्रीतम, सर्व प्रतिपालक, सर्व घटा आधारा। प्रीतम का अर्थ हुंदा प्यारा। परमात्मा का सारिਆਂ ਦਾ ही प्यारा है, वो एक दा नहीं है। और सारिਆਂ ਦੀ ਉਹ प्रतिपालना करने वाला है, हर किसी की प्रतिपालना करने वाला है। वो ये नहीं कि किसी खास लोगों की या खास वर्ग के लोगों की, खास इलाके के लोगों की देख रेख करता है। असीं कहांगे कि धरती के उपर है अनबैलेंस क्यों है, किते लोग बड़े खुशहाल ने, किते बड़े परेशान ने, बड़े मंदहाल ने, कुछ लोग बड़े दुनियावी सुख भोगते ने। दरअसल ਉਹਦੇ ਵਿੱਚ परमात्मा ने किसी ना कोई वितकरा नहीं किया। परमात्मा ने इक्को जिहा शरीर दिता है, अखां दित्तियां, हाथ दिते, नक दिते, सब कुछ इक्को जिहा दिता है। हुण खुशहाली निर्भर करती है कि तुसी परमात्मा की रजा च किन्ना को विचरदे हो। तुसी जिंदगी का जो जीवन का ढंग है उन्होंने किन्ना को अपना लेंदे हो, जिंदगी च उन्होंने किन्ना को धारण करदे हो। जीवन महान है, जे जीवन महान है तो जिंदगी जीवन का ढंग भी तो महान ही है ना। ये थोड़ा जिदा मर्जी जीवी जाइए, जिदा मर्जी तो पशु भी जीउंदे ने, जे असीं भी उदां रहे तो फिर साडी महानता जां उत्तमता की है। इस करके किसी की खुशहाली जां उच्चे उठण ते निर्भर करता है कि वह जिंदगी जीऊ किवें रहे। जिहड़े बंदे जिंदगी प्रति जिम्मेवार हो जाते हैं वो हमेशा खुशहाल होंदे ने। जिंदगी प्रति जिम्मेवार, अपने शरीर प्रति जिम्मेवार होना, अपने जीवन प्रति जिम्मेवार होना, अपने परिवार प्रति, अपने समाज प्रति, अपने मुल्क प्रति जिम्मेवार होना। सानू साडे सतगुरु जी ने सिखाई जिम्मेवारी, रिस्पोंसिबिलिटी। जदों साडे शरीर दे अंग जिम्मेवार नहीं रहणगे जो उन्होंने जिम्मेवारी मिली है, उदों शरीर दे विच रोग खड़े हो जाएंगे। देखो रसना है, रसना की ड्यूटी खाण दी है, पर यदि कोई जिम्मेवारी भी है ना कि की खाना तो की नहीं खाना। हुण जे स्वादां च ही पई रही, गैर जिम्मेवार बन गई, तो फिर खाई जाए, खाई जाए, शरीर रोगी होवेगा ना। हमेशा सानू सियाणे डॉक्टर कहणगे भी जे तुसीं दुखां तो मुक्त होना तो अपनी जीवन थोड़ा कंट्रोल करो, तुसीं अपनी जीव ते चस्कियां ते थोड़ा काबू पाओ, स्वादां ते काबू पाओ। पर मनुख इन्ना गुलाम हो जाता, कहना जी गोलियां 4 होर खा ला। मैं कहा ये बड़ा औखा काम है, ये बड़ा औखा काम है। अपना गोलियां खानियां प्रवान कर लेने, दवाइयां लैनियां प्रवान कर लेने, क्योंकि असीं जिंदगी च जिम्मेवार नहीं बनना चाहते। जिम्मेवार बनोगे तुहानूं मेहनत करनी पेगी, जिम्मेवार बनोगे रुकावटां भी आउणगियां, दुख भी आउणगे, पर उस दुख दे विचों सुख मिलेगा, उस दुख दे विचों सुख मिलेगा।
ਜਿੰਨਾ ਤੁਸੀਂ ਜ਼ਿੰਮੇਵਾਰ ਹੁੰਦੇ ਜਾਓਗੇ, ਸਰੀਰ ਪ੍ਰਤੀ ਅੱਖਾਂ ਜ਼ਿੰਮੇਵਾਰ ਹੋ ਗਈਆਂ, ਕੰਨ ਜ਼ਿੰਮੇਵਾਰ ਹੋ ਗਏ, ਰਸਨਾ ਜ਼ਿੰਮੇਵਾਰ ਹੋ ਗਈ, ਆਪਣੇ ਆਪ ਸਰੀਰ ਤੰਦਰੁਸਤ ਹੁੰਦਾ ਜਾਏਗਾ। ਦਵਾਈਆਂ ਤੰਦਰੁਸਤ ਨਹੀਂ ਕਰਦੀਆਂ, ਨਾ ਦਵਾਈਆਂ ਤੁਹਾਨੂੰ ਤੰਦਰੁਸਤ ਕਰਨ ਦੇ ਲਈ ਨੇ। ਦਵਾਈਆਂ ਤੇ ਹੋਰ ਦਵਾਈਆਂ ਵੱਲ ਲਿਜਾਣ ਲਈ ਨੇ। ਇੱਕ ਦਵਾਈ ਸ਼ੁਰੂ ਕਰੋਗੇ, ਫਿਰ ਹੋਰ ਗੋਲੀ ਸ਼ੁਰੂ ਹੋ ਜਾਏਗੀ, ਹੋਰ ਦੇ ਨਾਲ ਹੋਰ ਸ਼ੁਰੂ ਹੋ ਜਾਏਗੀ, ਵੱਧਦਾ ਚਲੇਗਾ। ਕੁਝ ਦਿਨ ਅਸੀਂ ਜ਼ਿੰਮੇਵਾਰ ਹੋ ਕੇ ਦੇਖੀਏ ਆਪਣੇ ਸਰੀਰ ਪ੍ਰਤੀ, ਵੀ ਆਪਾਂ ਸਰੀਰ ਨੂੰ ਕੀ ਦੇਣਾ ਹੈ, ਕਿੰਨੇ ਵਜੇ ਉੱਠਣਾ ਹੈ। ਥੋੜਾ ਜਦੋਂ ਜੀ ਕੀਤਾ ਉੱਠ ਗਏ, ਜਦੋਂ ਜੀ ਕੀਤਾ ਸੌਂ ਗਏ। ਜਿੰਨਾ ਅਸੀਂ ਸਰੀਰ ਦੇ ਪ੍ਰਤੀ ਸਾਡੇ ਅੰਗ ਜ਼ਿੰਮੇਵਾਰ ਹੁੰਦੇ ਜਾਣਗੇ, ਉਹਨਾਂ ਤੰਦਰੁਸਤ ਹੁੰਦੇ ਜਾਵਾਂਗੇ, ਖੁਸ਼ਹਾਲ ਹੁੰਦੇ ਜਾਵਾਂਗੇ। ਜਿੰਨਾ ਪਰਿਵਾਰ ਦੇ ਵਿੱਚ ਅਸੀਂ ਜ਼ਿੰਮੇਵਾਰ ਹੁੰਦੇ ਜਾਵਾਂਗੇ, ਉਹਨਾਂ ਪਰਿਵਾਰਕ ਤੌਰ ਤੇ ਅਸੀਂ ਖੁਸ਼ਹਾਲ ਹੁੰਦੇ ਜਾਵਾਂਗੇ। ਜਿੰਨਾ ਆਪਣੇ ਕਾਰੋਬਾਰ ਦੇ ਪ੍ਰਤੀ ਜ਼ਿੰਮੇਵਾਰ ਹੁੰਦੇ ਜਾਵਾਂਗੇ, ਉਹਨਾਂ ਸਾਡਾ ਕਾਰੋਬਾਰ ਵਧੀਆ ਚੱਲੇਗਾ, ਖੁਸ਼ਹਾਲੀ ਮਿਲੇਗੀ। ਇਸ ਕਰਕੇ ਸਤਿਗੁਰੂ ਜੀ ਨੇ ਸਾਨੂੰ ਜ਼ਿੰਮੇਵਾਰ ਬਣਨ ਦੀ ਪ੍ਰੇਰਣਾ ਕੀਤੀ ਹੈ ਕਿ ਅਸੀਂ ਕਾਹਦੇ ਲਈ ਆਏ, ਸੋਚਿਆ ਕਰੀਏ ਕੀ ਕਰਨ ਲਈ ਆਏ, ਸਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਪਰਮਾਤਮਾ ਨੇ ਸਭ ਨੂੰ ਇੱਕੋ ਜਿਹਾ ਦਿੱਤਾ ਹੈ। ਪਰਮਾਤਮਾ ਸਭ ਕੇ ਪ੍ਰੀਤਮ, ਸਾਰਿਆਂ ਦੇ ਪਿਆਰੇ ਨੇ ਪਰਮਾਤਮਾ। ਅਸੀਂ ਸਾਰੇ ਪਰਮਾਤਮਾ ਦੇ ਬੱਚੇ ਹਾਂ। ਜਿਵੇਂ ਇੱਕ ਮਾਂ ਪਿਓ ਦੇ ਬੱਚੇ ਹੁੰਦੇ ਨੇ, ਦੋ ਚਾਰ ਜਿਹਨੇ ਵੀ ਹੋਣ, ਤੇ ਮਾਂ ਪਿਓ ਲਈ ਤਾਂ ਸਾਰੇ ਇੱਕੋ ਜਿਹੇ ਨੇ। ਮਾਂ ਪਿਓ ਤੇ ਸਾਰਿਆਂ ਨੂੰ ਇੱਕੋ ਜਿਹਾ ਹੀ ਪਿਆਰ ਕਰਦਾ ਹੈ ਨਾ, ਉਹਦੇ ਬੱਚੇ ਨੇ। ਹੁਣ ਬੱਚਿਆਂ ਦਾ ਆਪਣਾ ਆਪਣਾ ਸੁਭਾਅ ਹੈ। ਕੋਈ ਮਾਂ ਪਿਓ ਦੇ ਨੇੜੇ ਹੀ ਨਹੀਂ ਜਾਂਦਾ, ਕੋਈ ਮਾਂ ਪਿਓ ਦੇ ਨਾਲ ਲੜਦਾ ਹੀ ਰਹਿੰਦਾ, ਨਕਮਾ ਜਿਹਾ। ਹੁਣ ਕਹੇ ਜੀ ਮਾਂ ਪਿਓ ਮੇਰਾ ਖਿਆਲ ਨਹੀਂ ਰੱਖਦੇ, ਮਾਂ ਪਿਓ ਨੇ ਖਿਆਲ ਰੱਖ ਕੇ ਤੇ ਵੱਡਿਆਂ ਕੀਤਾ, ਤੈਨੂੰ ਪਾਲਿਆ ਹੈ, ਨਿੱਕੇ ਜਿਹੇ ਨੂੰ ਜਨਮ ਦੇ ਕੇ ਪਾਲਿਆ, ਵੱਡਿਆਂ ਕੀਤਾ, ਇਹਦੋਂ ਵੱਡਾ ਖਿਆਲ ਕੀ ਹੋ ਸਕਦਾ। ਹੁਣ ਤੂੰ ਭੱਜਾ ਫਿਰਦਾ, ਹੁਣ ਤੇਰਾ ਖਿਆਲ ਕੀ ਮਾਂ ਪਿਓ ਰੱਖਣ ਉੱਤੇ, ਤੂੰ ਰੱਖਣਾ ਮਾਂ ਪਿਓ ਦਾ ਖਿਆਲ। ਇਸ ਕਰਕੇ ਮਾਂ ਪਿਓ ਬੱਚਿਆਂ ਦਾ ਖਿਆਲ ਬਰਾਬਰ ਹੀ ਰੱਖਦੇ ਨੇ, ਪਰ ਇਹ ਬੱਚਿਆਂ ਦੀ ਆਪਣੀ ਸੋਚ ਹੈ ਜਾਂ ਉਹਨਾਂ ਦੇ ਜੀਵਨ ਦਾ ਢੰਗ ਹੈ। ਕੋਈ ਮਾਂ ਪਿਓ ਦਾ ਪਿਆਰ ਬਹੁਤਾ ਲੈ ਜਾਂਦਾ ਵੱਡਾ ਹੋ ਕੇ, ਤੇ ਕਈ ਮਾਂ ਪਿਓ ਨੂੰ ਮਾੜਾ ਵੀ ਕਹਿੰਦੇ ਨੇ, ਮਾਂ ਪਿਓ ਤੋਂ ਦੂਰ ਚੱਲ ਜਾਂਦੇ, ਕਈ ਮਾਂ ਪਿਓ ਨੂੰ ਘਰੋਂ ਹੀ ਕੱਢ ਦਿੰਦੇ ਨੇ। ਬਹੁਤ ਸਾਰੇ ਦੇਖੇ ਨੇ ਮੈਂ, ਮਾਂ ਪਿਓ ਨੂੰ ਘਰੋਂ ਹੀ ਕੱਢ ਦਿੰਦੇ ਨੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹ ਪਰਮਾਤਮਾ ਸਾਰਿਆਂ ਦਾ ਪਿਆਰਾ ਹੈ, ਸਭ ਕੇ ਪ੍ਰੀਤਮ, ਸਾਰਿਆਂ ਦਾ ਪਿਆਰਾ ਹੈ, ਸਰਬ ਪ੍ਰਤਪਾਲਕ। ਤੇ ਪਰਮਾਤਮਾ ਸਾਰਿਆਂ ਦੀ ਪ੍ਰਤਪਾਲਨਾ ਕਰ ਰਿਹਾ ਹੈ, ਸਾਰਿਆਂ ਦੀ। ਇਹ ਨਹੀਂ ਕਿ ਇੱਕ ਦੀ ਕਿਤੇ। ਸਾਰਿਆਂ ਦੇ ਲਈ ਰਿਜ਼ਕ ਪ੍ਰਮਾਤਮਾ ਪੈਦਾ ਕਰ ਰਿਹਾ ਹੈ, ਸਾਰਿਆਂ ਦੇ ਲਈ ਹਵਾ ਰੱਬ ਨੇ ਬਣਾਈ ਹੈ, ਸਾਰਿਆਂ ਦੇ ਲਈ ਧੁੱਪ ਰੱਬ ਨੇ ਬਣਾਈ ਹੈ, ਸਾਰਿਆਂ ਦੇ ਲਈ ਧਰਤੀ ਰੱਬ ਨੇ ਬਣਾਈ ਹੈ। ਰੱਬ ਦੇ ਜਿੰਨੇ ਪਦਾਰਥ ਨੇ ਉਹ ਸਾਰਿਆਂ ਦੇ ਲਈ ਨੇ, ਉਹ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲਾ ਹੈ। ਸਰਬ ਘਟਾਂ ਆਧਾਰਾ, ਘਟ ਮੈਣਾ ਹਿਰਦਾ। ਪਰਮਾਤਮਾ ਸਾਰੇ ਹਿਰਦਿਆਂ ਦਾ ਆਧਾਰ ਹੈ, ਆਸਰਾ ਹੈ। ਹਰ ਹਿਰਦੇ ਦੇ ਅੰਦਰੋਂ ਬੈਠਾ ਹੋਏ। ਗਰੀਬ ਅਮੀਰ, ਉੱਚਾ ਨੀਵਾਂ, ਚੰਗਾ ਮਾੜਾ, ਹਰ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਹਰ ਹਿਰਦੇ 'ਚੋਂ ਬੈਠਾ ਹੈ। ਅਸੀਂ ਜੇ ਤੁਰ ਫਿਰ ਰਹੇ ਹਾਂ ਨਾ, ਭਾਵੇਂ ਕੁਝ ਵੀ ਹਾਂ, ਮਾੜੇ ਹਾਂ ਚੰਗੇ ਹਾਂ, ਤੇ ਉਹ ਪਰਮਾਤਮਾ ਸਾਡਾ ਆਧਾਰ ਹੈ, ਤਾਂ ਤੁਰੇ ਫਿਰਦੇ ਆਪਾਂ। ਜੇ ਸਾਡੇ ਅੰਦਰ ਉਹ ਰੱਬੀ ਕਲਾ ਟਿਕੀ ਹੋਈ, ਪ੍ਰਾਣ ਟਿਕੇ ਹੋਏ ਨੇ, ਤੇ ਤਾਂ ਹੀ ਅਸੀਂ ਤੁਰਦੇ ਫਿਰਦੇ ਹਾਂ ਨਾ। ਉਹ ਜਿਹਨੂੰ ਆਪਾਂ ਪ੍ਰਾਣ ਕਹਿ ਦਈਏ, ਜਿੰਦ ਕਹਿ ਦਈਏ, ਉਹ ਕੋਈ ਸਾਡੀ ਥੋੜ੍ਹਾ ਹੈ। ਜਾਂ ਕਹੀਏ ਜੀ ਉਹਦੇ 'ਚ ਪਰਮਾਤਮਾ ਨੇ ਬਹੁਤੀ ਟਿਕਾਈ ਹੈ ਤੇ ਮੇਰੇ 'ਚ ਟਿਕਾਈ ਨਹੀਂ ਹੈ। ਨਹੀਂ, ਉਹ ਸਰਬ ਘਟਾਂ ਆਧਾਰਾ, ਘਟ ਮੈਣਾ ਹਿਰਦਾ। ਉਹ ਹਰ ਮਨੁੱਖ ਦੇ ਹਿਰਦੇ ਦਾ ਆਧਾਰ ਹੈ, ਆਸਰਾ ਹੈ। ਹਰ ਮਨੁੱਖ ਦੇ ਅੰਦਰੋਂ ਬੈਠਾ ਹੋਇਆ। ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਰੱਬ ਦੇ ਪਿਆਰੇ ਨੇ ਪੁਕਾਰ ਪੁਕਾਰ ਕੇ ਕਿਹਾ ਕਿ ਪਰਮਾਤਮਾ ਹਰ ਹਿਰਦੇ ਅੰਦਰ ਬੈਠਾ ਹੋਇਆ, ਹਰ ਹਿਰਦੇ ਅੰਦਰ ਉਹਦੀ ਜੋਤ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ, ਹੈ ਵਾਹਿਗੁਰੂ, ਮੈਂ ਤਾਂ ਵਿਚਾਰਾ ਚੀਜ਼ ਹੀ ਕੀ ਹਾਂ। ਇਹ ਦੇਖੋ ਤੁਹਾਡਾ ਕਿੱਡਾ ਵੱਡਾ ਪ੍ਰਤਾਪ ਹੈ ਕਿ ਤੁਸੀਂ ਮੇਰੀ ਹੋਂਦ ਪਹਿਲਾਂ ਕੀ ਸੀ ਤੇ ਮੈਨੂੰ ਬਣਾ ਕੇ ਦਿੱਤਾ, ਕਿੱਡੀ ਵੱਡੀ ਵਡਿਆਈ ਦਿੱਤੀ ਹੈ। ਵਾਹਿਗੁਰੂ ਜੀ, ਤੁਸੀਂ ਸਾਰਿਆਂ ਦੇ ਦਾਤੇ ਹੋ, ਤੁਹਾਡੇ ਗੁਣ ਇੰਨੇ ਨੇ ਮੈਂ ਤੇ ਬਿਆਨ ਹੀ ਨਹੀਂ ਕਰ ਸਕਦਾ। ਵਾਹਿਗੁਰੂ ਜੀ, ਤੁਸੀਂ ਸਾਰਿਆਂ ਦੇ ਪਿਆਰੇ ਮਾਲਕ ਹੋ, ਪ੍ਰੀਤਮ ਹੋ, ਤੁਸੀਂ ਸਾਰਿਆਂ ਦੀ ਪ੍ਰਤਪਾਲਨਾ ਕਰਨ ਵਾਲੇ ਹੋ, ਤੁਸੀਂ ਸਾਰਿਆਂ ਜੀਵਾਂ ਦਾ ਆਧਾਰ ਹੋ, ਓਟ ਹੋ ਜੀ। ਕੋਈ ਨਾ ਜਾਣੇ ਤੁਮਰੀ ਗਤ ਮਿਤ, ਆਪੇ ਇੱਕ ਪਸਾਰਾ। ਹੇ ਵਾਹਿਗੁਰੂ ਜੀ, ਤੁਹਾਡੀ ਗਤ ਮਿਤ, ਗਤ ਦਾ ਅਰਥ ਹੁੰਦਾ ਹੈ ਅਵਸਥਾ। ਤੁਹਾਡੀ ਗਤੀ ਕਿਹੋ ਜਿਹੀ ਹੈ, ਅਵਸਥਾ ਕਿਹੋ ਜਿਹੀ ਹੈ, ਰੁਤਬਾ ਕਿਹੋ ਜਿਹਾ ਹੈ, ਇਹਨੂੰ ਕੋਈ ਨਹੀਂ ਜਾਣ ਸਕਦਾ। ਮਿਤ ਦਾ ਅਰਥ ਹੁੰਦਾ ਮਿਣਤੀ। ਮਿਣਤੀ ਦਾ ਅਰਥ ਇੱਥੇ ਕਿ ਵਾਹਿਗੁਰੂ ਜੀ ਦਾ ਰਾਜ ਭਾਗ ਕਿੱਡਾ ਕੁ ਵੱਡਾ ਹੈ।
ਦੁਨਿਆਵੀ ਜਿੰਨੇ ਰਾਜੇ ਨੇ ਉਹਨਾਂ ਦੇ ਰਾਜ ਦੀ ਕੋਈ ਸੀਮਾ ਹੈਗੀ ਹੈ ਨਾ, ਇੱਥੋਂ ਲੈ ਕੇ ਇੱਥੋਂ ਤੱਕ ਉਹਦਾ ਰਾਜ ਹੈ, ਇੰਨੀ ਕੁ ਉਹਦੀ ਫੌਜ ਹੈ, ਇੰਨਾ ਕੁ ਉਹਦਾ ਖਜ਼ਾਨਾ ਹੈ, ਇੰਨਾ ਕੁ ਉਹਦਾ ਹੁਕਮ ਚੱਲਦਾ ਹੈ, ਇੰਨੀ ਕੁ ਉਹਦੀ ਤਾਕਤ ਹੈ। ਹਰ ਚੀਜ਼ ਦਾ ਪੈਮਾਨਾ ਹੁੰਦਾ ਹੈ ਦੁਨਿਆਵੀ ਤੌਰ ਤੇ ਜਿਹੜੇ ਲੋਕ ਨੇ। ਪਰ ਪਰਮਾਤਮਾ ਜਿਹੜਾ ਹੈ ਨਾ, ਉਹਦੀ ਕੋਈ ਮਿਣਤੀ ਨਹੀਂ ਹੈ। ਅਮਿਤੋਜ ਕਹੀਜੈ। ਅਮਿਤੋਜ ਦਾ ਅਰਥ ਕਿ ਅਮਿਤ ਓਜ ਮੈਣਾ ਬਲ, ਅਮਿਤ ਮੈਣਾ ਮਿਣਤੀ ਤੋਂ ਪਰੇ, ਜਿਸ ਦੇ ਬਲ ਦੀ ਕੋਈ ਗਿਣਤੀ ਮਿਣਤੀ ਨਹੀਂ। ਕਿੰਨੀ ਕੁ ਪਾਵਰ ਵਾਲਾ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ। ਕਿੰਨੇ ਕੁ ਗੁਣਾ ਵਾਲਾ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ। ਉਹਦਾ ਹੁਕਮ ਕਿੰਨਾ ਕੁ ਵੱਡਾ ਹੈ, ਕੋਈ ਗਿਣਤੀ ਮਿਣਤੀ ਨਹੀਂ ਹੈ। ਉਹਦਾ ਰਾਜ ਭਾਗ ਕਿੰਨਾ ਕੁ ਵੱਡਾ ਹੈ। ਰੋਜ਼ ਆਪਾਂ ਪੜ੍ਹਦੇ ਹਾਂ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੀਤਾ ਕੇ ਵੱਡ ਚੀਰਾ। ਚੀਰਾ ਮੈਨਾਂ ਹੱਦ ਬੰਨਾ, ਤੁਹਾਡੀ ਰਿਆਸਤ ਦਾ ਹੱਦ ਬੰਨਾ ਕਿੱਡਾ ਕੁ ਵੱਡਾ ਕੋਈ ਨਹੀਂ ਜਾਣ ਸਕਦਾ। ਤੁਹਾਡਾ ਰਾਜ ਭਾਗ ਕਿੱਡਾ ਕੁ ਵੱਡਾ ਕੋਈ ਨਹੀਂ ਜਾਣ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਕੋਈ ਨਾ ਜਾਣੇ ਤੁਮਰੀ ਗਤ ਮਿਤ। ਗਤ ਮੈਨਾਂ ਅਵਸਥਾ। ਪਰਮਾਤਮਾ ਕਿਸ ਅਵਸਥਾ 'ਚ ਹੈ, ਕਿੰਨਾ ਉੱਚਾ ਹੈ, ਕਿੰਨਾ ਮਹਾਨ ਹੈ, ਗੁਰਬਾਣੀ ਕਹਿੰਦੀ ਕੋਈ ਨਹੀਂ ਦੱਸ ਸਕਦਾ। ਉੱਚੇ ਤੇ ਉੱਚਾ ਪ੍ਰਭਥਾਨ, ਅਤ ਉੱਚਾ ਤਾਂਕਾ ਦਰਬਾਰਾ। ਅਤ ਉੱਚਾ ਭਾਵ ਕੋ ਗਿਣਤੀ ਮਿਣਤੀ ਨਹੀਂ, ਅਤ ਉੱਚਾ ਹੈ। ਉਹ ਵੱਡਿਆਂ ਤੋਂ ਵੱਡਾ ਹੈ, ਸਾਰਿਆਂ ਤੋਂ ਵੱਡਾ ਹੈ। ਸਾਰੇ ਸੰਸਾਰ ਦੀ ਸਿਰਜਣਾ ਕਰਨ ਵਾਲਾ ਕਿੱਡਾ ਕੁ ਵੱਡਾ ਹੋਏਗਾ। ਆਮ ਆਪਾਂ ਦੁਨਿਆਵੀ ਲੋਕਾਂ ਦੀ ਵਡਿਆਈ ਦੇਖਦੇ ਹਾਂ, ਉਹਦੀ ਕੋਈ ਗਿਣਤੀ ਮਿਣਤੀ ਹੈ। ਜਿਸ ਪਰਮਾਤਮਾ ਨੇ ਜਗਤ ਬਣਾਇਆ, ਬ੍ਰਹਿਮੰਡ ਬਣਾਇਆ, ਉਹਦੀ ਕਾਹਦੀ ਗਿਣਤੀ ਮਿਣਤੀ। ਪਿਤਾ ਕੇ ਜਨਮ ਕੇ ਜਾਣੇ ਪੂਤ। ਹੁਣ ਕੋਈ ਬੱਚਾ ਆਪਣੇ ਪਿਤਾ ਦੇ ਜਨਮ ਬਾਰੇ ਕੀ ਜਾਣ ਸਕਦਾ ਹੈ। ਅਸੀਂ ਉਸ ਪਰਮਾਤਮਾ ਬਾਰੇ ਕੀ ਜਾਣ ਸਕਦੇ, ਜਿਸ ਪਰਮਾਤਮਾ ਨੇ ਸਾਨੂੰ ਸਿਰਜਿਆ, ਸਾਨੂੰ ਸਵਾਰਿਆ, ਸਾਨੂੰ ਚਲਾ ਰਿਹਾ, ਜਗਤ ਨੂੰ ਬਣਾ ਰਿਹਾ। ਉਹਦੀ ਗਤ ਮਿਤ ਨੂੰ ਕੋਈ ਨਹੀਂ ਜਾਣ ਸਕਦਾ। ਆਪ ਹੈ ਏਕ ਪਸਾਰਾ। ਉਹ ਪਰਮਾਤਮਾ ਨੇ ਆਪ ਹੀ ਏਡਾ ਵੱਡਾ ਇਹ ਪਸਾਰਾ ਬਣਾਇਆ। ਪਸਾਰਾ ਦਾ ਅਰਥ ਖਲਾਰਾ ਕਹਿ ਲਓ, ਇਹ ਜਗਤ ਦੀ ਰਚਨਾ ਕਹਿ ਲਓ। ਆਪ ਹੀ ਬਣਾਉਣ ਵਾਲਾ ਹੈ। ਇਹ ਨਹੀਂ ਕਿ ਹੋਰ ਕਿਸੇ ਦੀ ਡਿਊਟੀ ਲਗਾਈ ਹੈ, ਆਪੇ ਸਭ ਕੁਝ ਕਰਨ ਵਾਲਾ ਹੈ। ਉਹ ਛਿਨ ਮੈਂ ਰਾਉ ਰੰਗ ਕੋ ਕਰੀ ਰਾਉ ਰੰਗ ਕਰ ਡਾਰੇ, ਰੀਤੇ ਪਰੇ ਪਰੇ ਸਖਨਾਵੇ ਜੇ ਤਾਕੋ ਵਿਵਹਾਰੇ। ਇਹ ਸਭ ਕੁਝ ਉਹਦੇ ਹੁਕਮ 'ਚ ਹੈ। ਕੋਈ ਵੀ ਪਰਮਾਤਮਾ ਦੀ ਬਰਾਬਰਤਾ ਨਹੀਂ ਕਰ ਸਕਦਾ। ਆਪ ਹੀ ਉਹਨੇ ਏਡਾ ਵੱਡਾ ਇਹ ਪਸਾਰਾ ਬਣਾਇਆ ਹੋਇਆ ਹੈ। ਉਸ ਪਰਮਾਤਮਾ ਦੀ ਗਤ ਮਿਤ ਨੂੰ ਕੋਈ ਨਹੀਂ ਜਾਣ ਸਕਦਾ। ਸਤਿਗੁਰੂ ਸਾਹਿਬ ਜੀ ਕਹਿੰਦੇ ਸਾਧ ਨਾਮ ਬਿਠਾਵੋ ਨਾਨਕ, ਭਵ ਸਾਗਰ ਪਾਰੇ ਉਤਾਰਾ। ਇਹ ਵਾਹਿਗੁਰੂ ਜੀ, ਮੈਂ ਤੇ ਵਿਚਾਰਾ ਚੀਜ਼ ਕੀ ਹਾਂ। ਮੈਂ ਤੇ ਇਸ ਜਗਤ ਵਿੱਚ ਆ ਕੇ ਭਵ ਸਾਗਰ ਵਿੱਚ ਘਿਰ ਗਿਆ। ਭਉ ਦਾ ਅਰਥ ਹੈ ਡਰ, ਸਾਗਰ ਦਾ ਅਰਥ ਹੈ ਸਮੁੰਦਰ, ਜਿਹਨੂੰ ਆਪਾਂ ਕਹਿੰਦੇ ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੁੰਦਾ ਹੈ, ਪਾਣੀ ਦਾ ਸਮੁੰਦਰ, ਇਵੇਂ ਭਉ ਦਾ ਸਮੁੰਦਰ। ਅਸੀਂ ਭਉ ਦੇ ਵਿੱਚ ਵਿਚਰ ਰਹੇ ਹਾਂ। ਇਹ ਜਗਤ ਭਉ ਦੇ ਨਾਲ ਭਰਿਆ ਹੋਇਆ। ਇਹ ਸੰਸਾਰ ਵਿਕਾਰ ਸੰਸੇ ਮੈਂ। ਸਤਿਗੁਰੂ ਜੀ ਨੇ ਇਸ ਸੰਸਾਰ ਨੂੰ ਭਉ ਸਾਗਰ ਕਿਹਾ ਹੈ। ਗੁਰੂ ਬਾਬਾ ਜੀ ਕਹਿੰਦੇ ਵਾਹਿਗੁਰੂ ਜੀ, ਮੇਰੀ ਕੋਈ ਹਸਤੀ ਨਹੀਂ, ਪਾਇਆ ਨਹੀਂ ਹੈ ਕਿ ਮੈਂ ਇਸ ਸੰਸਾਰ ਦੇ ਵਿੱਚ ਇਹਨਾਂ ਮਾਇਆ ਦੀਆਂ ਲਹਿਰਾਂ ਦਾ ਕੋਈ ਮੁਕਾਬਲਾ ਕਰ ਸਕਾਂ। ਬਾਬਾ ਨਾਮਦੇਵ ਸਾਹਿਬ ਜੀ ਨੇ ਬਚਨ ਕਿ ਸੰਸਾਰ ਸਮੁੰਦੇ ਤਾਰ ਗੋਬਿੰਦੇ, ਲੋਭ ਲਹਿਰ ਅਤ ਨੀਜਰ ਬਾਜੇ, ਕਾਇਆ ਡੂਬੇ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਬਾਹਾਂ ਦੇ ਭਾਵ ਬੀਠਲਾ, ਅਨਲ ਬੇੜਾ ਹੋ ਖੇਵ ਨਾ ਸਾਕੋ। ਹੇ ਵਾਹਿਗੁਰੂ ਜੀ, ਇਹ ਲੋਭ ਦੀਆਂ ਲਹਿਰਾਂ ਇੰਨੀਆਂ ਚੱਲ ਰਹੀਆਂ ਨੇ, ਹਵਾਵਾਂ ਝੱਖੜ ਤੂਫਾਨ ਇੰਨੇ ਚੱਲ ਰਹੇ ਨੇ, ਤੇ ਮੈਂ ਵਿਚਾਰਾ ਤਾਂ ਚੀਜ਼ ਹੀ ਕੀ ਹੈ। ਇੱਥੇ ਵੱਡੇ ਵੱਡੇ ਬਲੀ ਇਸ ਧਰਤੀ ਤੇ ਆਏ, ਵੱਡੇ ਵੱਡੇ ਦੇਵਤੇ ਆਏ, ਵੱਡੇ ਵੱਡੇ ਮਹਾਨ ਲੋਕ ਆਏ। ਉਹ ਇਹ ਮਾਇਆ ਦੀਆਂ ਤਰੰਗਾਂ ਤੋਂ ਬਚ ਨਾ ਸਕੇ। ਸਰਪਣੀ ਤੇ ਉੱਪਰ ਨਹੀਂ ਬਲੀਆ, ਜਿਨ ਮਹਾ ਬਿਸ਼ਨ ਮਹਾ ਦਿਓ ਛਲੀਆ। ਉਹ ਵੀ ਇਹਨਾਂ ਮਾਇਆ ਦੀਆਂ ਲਹਿਰਾਂ ਤੋਂ ਬਚ ਨਾ ਸਕੇ। ਤੇ ਪ੍ਰਮਾਤਮਾ ਜੀ, ਮੈਂ ਤੇ ਚੀਜ਼ ਹੀ ਕੀ ਹਾਂ। ਪ੍ਰਭ ਜੀ ਮੋਏ ਕਮਨ ਅਨਾਥ ਵਿਚਾਰਾ। ਮੈਂ ਤੇ ਵਿਚਾਰਾ ਚੀਜ਼ ਹੀ ਕੀ ਹਾਂ। ਮੈਂ ਇਸ ਭਉ ਸਾਗਰ ਵਿੱਚ, ਇਸ ਸੰਸਾਰ ਸਮੁੰਦਰ ਦੇ ਵਿੱਚ ਇਹਨਾਂ ਲਹਿਰਾਂ ਤੋਂ ਨਿਕਲ ਨਹੀਂ ਸਕਦਾ। ਇਹਨਾਂ ਤੋਂ ਲੋਭ ਲਹਿਰ ਜਿਹੜੀਆਂ ਨਹਿਰਾਂ ਵੱਜ ਰਹੀਆਂ ਨੇ, ਠਿੱਲਾਂ ਵੱਜ ਰਹੀਆਂ ਨੇ, ਇਹਨਾਂ ਤੋਂ ਮੈਂ ਆਪਣੀ ਜ਼ਿੰਦਗੀ ਦੀ ਬੇੜੀ ਨੂੰ ਬਚਾ ਨਹੀਂ ਸਕਦਾ। ਮੇਰੇ 'ਚ ਕੋਈ ਸਮਰੱਥਾ ਨਹੀਂ, ਮੇਰੇ 'ਚ ਕੋਈ ਪਾਇਆ ਨਹੀਂ ਹੈ। ਇਹ ਤਾਂ ਤੁਸੀਂ ਅਪਰਪਾਰ ਹੋ। ਮੇਰੀ ਤੁਹਾਡੇ ਚਰਨਾਂ 'ਚ ਬੇਨਤੀ ਹੈ ਕਿ ਸਾਧ ਨਾਮ ਬੈਠਾਵੋ ਨਾਨਕ,
ਭਵ ਸਾਗਰ ਪਾਰਿਓ ਤਾਰਾ। ਵਾਹਿਗੁਰੂ ਜੀ ਨਾਨਕ ਨੂੰ ਸਾਧ ਨਾਮ, ਸਾਧ ਦਾ ਅਰਥ ਹੈ ਸਾਧ ਸੰਗਤ। ਇਹ ਸਾਧ ਸੰਗਤ ਦੀ ਜਿਹੜੀ ਬੇੜੀ ਹੈ ਨਾ, ਇਹਦੇ ਤੇ ਲਿਆ ਕੇ ਬਿਠਾ ਦਿਓ। ਭਾਵ ਇਹ ਭਵ ਸਾਗਰ ਤੋਂ ਪਾਰ ਉਤਰਨ ਦੇ ਲਈ ਸਾਧ ਸੰਗਤ ਹੀ ਇੱਕ ਆਸਰਾ ਹੈ। ਸਾਧ ਸੰਗਤ ਹੀ ਸਾਡਾ ਇੱਕ ਸਾਧਨ ਹੈ, ਜਿਹਦੇ ਰਾਹੀਂ ਅਸੀਂ ਭਵ ਸਾਗਰ ਤੋਂ ਪਾਰ ਉਤਰ ਸਕਦੇ ਹਾਂ, ਵਿਕਾਰਾਂ ਤੋਂ, ਔਗਣਾਂ ਤੋਂ, ਬੁਰਾਈਆਂ ਤੋਂ ਬਚ ਸਕਦੇ, ਡਰ ਤੋਂ ਮੁਕਤ ਹੋ ਸਕਦੇ ਹਾਂ। ਗੁਰਬਾਣੀ ਵਿੱਚ ਸਤਿਗੁਰੂ ਜੀ ਨੇ ਸਾਧ ਸੰਗਤ ਨੂੰ ਬੋਹਿਥ ਵੀ ਕਿਹਾ ਹੈ, ਨਾਵ ਕਿਹਾ ਹੈ। ਸਾਧ ਸੰਗਤ ਦੀ ਬੇਅੰਤ ਵਡਿਆਈ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦਾ ਜੇ ਸਾਧਨ ਕੋਈ ਹੈ ਤੇ ਉਹ ਸਾਧ ਸੰਗਤ ਹੈ, ਕਿਉਂਕਿ ਦੁੱਖਾਂ ਤੋਂ ਬਚਣ ਦਾ ਸਾਧਨ ਹੈ ਪਰਮਾਤਮਾ। ਪਰਮਾਤਮਾ ਤੋਂ ਬਿਨਾਂ ਕੋਈ ਸਾਨੂੰ ਦੁੱਖਾਂ ਤੋਂ ਬਚਾ ਨਹੀਂ ਸਕਦਾ। ਇਹ ਤੇ ਜਿੰਨਾ ਕੁਝ ਹੈ ਨਾ, ਇਹ ਤੇ ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂੰ ਦਿਸ ਕੇ ਰਹਿ, ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਇਹ ਤੇ ਜਿੰਨਾ ਚਿਰ ਸਾਡੇ ਕੋਲ ਸੁੱਖ ਨੇ, ਉਹਨਾਂ ਚਿਰ ਰੌਣਕ ਮੇਲਾ ਜਿਹਾ ਲੱਗਾ ਰਹਿੰਦਾ। ਹਰ ਕੋ ਆਪਣੇ ਸਵਾਰਥ ਲਈ ਜੁੜਿਆ ਰਹਿੰਦਾ। ਪਰ ਜਦੋਂ ਸੁੱਖ ਚਲੇ ਗਏ, ਦੁੱਖਾਂ ਦੇ ਦਿਨ ਆ ਗਏ, ਬਿਪਤਾ ਆ ਗਈ, ਉਦੋਂ ਰੌਣਕਾਂ ਤਾਂ ਨਹੀਂ ਨਾ ਲੱਭਦੀਆਂ। ਆਪਾਂ ਦੇਖਦੇ ਇਕੱਲਾ ਹੀ ਬੰਦਾ ਬੈਠਾ ਫਿਰ ਡੀਕਦਾ ਰਹਿੰਦਾ, ਕੋਈ ਮਿਲਣ ਲਈ ਆ ਜੇ, ਕੋਈ ਨਹੀਂ ਆਉਂਦਾ। ਕਿਉਂਕਿ ਦੁਨੀਆ ਦਾ ਇਹ ਵਰਤਾਰਾ ਹੈ, ਸੁਭਾਅ ਹੈ। ਹਰ ਕੋਈ ਆਪਣੇ ਆਪਣੇ ਸਵਾਰਥ ਲਈ ਇੱਕ ਦੂਜੇ ਦੇ ਨਾਲ ਜੁੜਿਆ ਹੋਇਆ। ਇਸ ਕਰਕੇ ਬਿਪਤ ਪਰੀ ਸਭ ਹੀ ਸੰਗ ਛਾੜਤ, ਕੋ ਨਾ ਆਵਤ ਨੇੜੇ। ਲੇਕਿਨ ਜਦੋਂ ਬਿਪਤਾ ਆਉਂਦੀ ਹੈ, ਸਤਿਗੁਰੂ ਜੀ ਕਹਿੰਦੇ ਉਸ ਵੇਲੇ ਟੇਕ ਇੱਕ ਰਘੁਨਾਥ, ਉਦੋਂ ਕੇਵਲ ਤਾਂ ਕੇਵਲ ਇੱਕ ਪਰਮਾਤਮਾ ਆਸਰਾ ਹੁੰਦਾ ਹੈ, ਮਨੁੱਖ ਦਾ ਪਰਮਾਤਮਾ ਆਸਰਾ ਹੈ। ਇਸ ਕਰਕੇ ਗੁਰੂ ਬਾਬਾ ਜੀ ਕਹਿੰਦੇ ਉਹ ਪਰਮਾਤਮਾ ਦੇ ਪਿਆਰ ਵਿੱਚ ਜੁੜਨ ਦਾ ਤਰੀਕਾ ਕੀ। ਹੁਣ ਪਰਮਾਤਮਾ ਆਸਰਾ ਹੈ ਸਾਡਾ, ਹੁਣ ਸਾਡੀ ਸੁਰਤ ਪਰਮਾਤਮਾ 'ਚ ਕਿਵੇਂ ਜੁੜੇ। ਅਸੀਂ ਤੇ ਪਰਮਾਤਮਾ ਨੂੰ ਜਾਣਦੇ ਨਹੀਂ ਹਾਂ, ਅਸੀਂ ਤੇ ਪਰਮਾਤਮਾ ਬਾਰੇ ਕੋਈ ਗਿਆਨ ਨਹੀਂ ਹੈ, ਦੇਖਿਆ ਨਹੀਂ ਪਰਮਾਤਮਾ ਨੂੰ, ਉਹਦੇ ਪਿਆਰ 'ਚ ਕਿਵੇਂ ਜੁੜੀਏ। ਤੇ ਗੁਰੂ ਕਾ ਇੱਕ ਬਚਨ ਆਇਆ ਸੀ ਕੁਝ ਚਿਰ ਪਹਿਲਾਂ ਕਿ ਅਕਾਲ ਮੂਰਤ ਹੈ ਸਾਧ ਸੰਗਤ ਸੰਤਨ ਕੀ, ਠਾਹਰ ਨਿੱਕੀ ਧਿਆਨ ਕਉ। ਅਕਾਲ ਮੂਰਤ ਹੈ ਸਾਧ ਸੰਤਨ ਕੀ, ਠਾਹਰ ਨਿੱਕੀ ਧਿਆਨ ਕਉ। ਇਹ ਜਿਹੜੀ ਸਾਧ ਸੰਗਤ ਹੈ ਨਾ, ਇਹ ਅਕਾਲ ਮੂਰਤ ਵਾਹਿਗੁਰੂ ਜੀ ਦੇ ਧਿਆਨ ਵਿੱਚ ਜੁੜਨ ਦੇ ਲਈ ਸਭ ਤੋਂ ਵਧੀਆ ਠਾਹਰ ਹੈ। ਠਾਹਰ ਨੀਕੀ ਧਿਆਨ ਕੋ, ਠਾਹਰ ਮੈਣਾ ਥਾਂ, ਨੀਕੀ ਮੈਣਾ ਵਧੀਆ। ਅਕਾਲ ਮੂਰਤ ਦਾ ਧਿਆਨ ਧਰਨ ਦੇ ਲਈ ਇਹ ਸਾਧ ਸੰਗਤ ਸਭ ਤੋਂ ਉੱਤਮ ਥਾਂ ਹੈ। ਜੁੜਨ ਦੇ ਲਈ ਸਭ ਤੋਂ ਉੱਤਮ ਥਾਂ ਹੈ। ਆਪਣੇ ਆਪਣੇ ਤੌਰ ਤੇ ਯਤਨ ਕਰ ਰਿਹਾ ਕੋਈ ਬੰਦਾ, ਚੰਗੀ ਗੱਲ ਹੈ। ਪਰ ਗੁਰੂ ਬਾਬਾ ਜੀ ਨੇ ਸਾਨੂੰ ਸਭ ਤੋਂ ਵਧੀਆ ਉੱਤਮ ਸਾਧਨ ਦਿੱਤਾ ਹੈ, ਸਾਧ ਸੰਗਤ। ਗੁਰਬਾਣੀ ਤਾਂ ਕਹਿੰਦੀ ਰੱਬ ਦਾ ਹੀ ਘਰ ਹੈ, ਵਿੱਚ ਸੰਗਤ ਹਰ ਪ੍ਰਭ ਵਸੇ ਜੀ। ਇੱਥੇ ਤੇ ਪਰਮਾਤਮਾ ਵਸਦਾ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਕਿ ਧਾਰਮਿਕ ਜਗਤ ਅੰਦਰ ਨਜ਼ਰ ਮਾਰੋ ਨਾ, ਕੋਈ ਤੀਰਥਾਂ ਤੇ ਫਿਰ ਰਿਹਾ ਹੈ, ਕੋਈ ਸਰੀਰ ਨੂੰ ਕਸ਼ਟ ਦੇ ਰਿਹਾ ਹੈ, ਕੋਈ ਦਾਨ ਪੁੰਨ ਕਰ ਰਿਹਾ ਹੈ, ਕੋਈ ਪਾਠ ਪੂਜਾ ਕਰ ਰਿਹਾ, ਬਹੁਤ ਕੁਝ ਕਰਦੇ ਨੇ ਲੋਕ। ਤੇ ਜੇ ਉਹਨਾਂ ਨੂੰ ਪੁੱਛੋ ਭਈ ਇੰਨੇ ਯਤਨ ਕਰ ਰਹੇ ਹੋ, ਇੰਨਾ ਟਾਈਮ ਲਗਾ ਰਹੇ ਹੋ, ਇੰਨਾ ਧਨ ਖਰਚ ਰਹੇ ਹੋ, ਇੰਨਾ ਸਰੀਰ ਨੂੰ ਕਸ਼ਟ ਦੇ ਰਹੇ ਹੋ, ਕੀ ਚਾਹੀਦਾ ਤੁਹਾਨੂੰ, ਕਾਹਦੇ ਲਈ ਕਰਦੇ ਹੋ? ਉਹ ਕਹਿਣਗੇ ਕਿਤੇ ਅਸੀਂ ਵੀ ਜ਼ਿੰਦਗੀ ਤੋਂ ਬਾਅਦ ਉਹ ਸੱਚਖੰਡ ਨੂੰ ਚਲੇ ਜਾਈਏ। ਤੇ ਅਸੀਂ ਤੇ ਮੇਰੇ ਵਰਗੇ ਗ੍ਰੰਥੀ ਸਿੰਘ ਉਚੇਚੇ ਤੌਰ ਤੇ ਕਹਿੰਦੇ ਵਾਹਿਗੁਰੂ ਜੀ ਨੂੰ ਸੱਚਖੰਡ ਵਿੱਚ ਨਿਵਾਸ ਦੇਣਾ, ਜਿਵੇਂ ਮੇਰੇ ਕਹਿਣ ਤੇ ਮਿਲ ਜਾਣਾ ਹੁੰਦਾ। ਇਹ ਤਾਂ ਕੰਮ ਹੀ ਬੜਾ ਸੌਖਾ ਹੈ। ਮੈਂ ਸਾਰੀ ਜ਼ਿੰਦਗੀ ਔਗਣ ਕਰਦਾ ਰਵਾਂ, ਅਖੀਰ ਵੇਲੇ ਮੇਰੀ ਕੋ ਅਰਦਾਸ ਕਰਦੇ ਉਹਨੂੰ ਸੱਚਖੰਡ ਨਿਵਾਸ ਦਿਓ, ਤੇ ਕੰਮ ਹੀ ਬੜਾ ਸੌਖਾ। ਫਿਰ ਤੇ ਔਗਣ ਤੇ ਵੱਧਦੇ ਇਸੇ ਕਰਕੇ ਨੇ, ਪਤਾ ਕਿ ਅਰਦਾਸ ਕਰ ਦੇਣੀ ਹੈ। ਧਾਰਮਿਕ ਲੋਕਾਂ ਨੇ ਸੱਚਖੰਡ ਨਿਵਾਸ ਸਾਨੂੰ ਦੇ ਹੀ ਦੇਣਾ। ਵਾਹਿਗੁਰੂ 'ਚ ਜਾਂ ਸੱਚ ਵਿੱਚ ਲਿਵਲੀਨ ਹੋਣ ਲਈ ਥਾਂ ਕਿਹੜਾ? ਹਰ ਬੰਦਾ ਚਾਹੁੰਦਾ ਸੱਚ ਵਿੱਚ ਨਿਵਾਸ ਹੋ ਜਾਏ, ਬੇਕੁੰਠ 'ਚ ਨਿਵਾਸ ਹੋ ਜਾਏ, ਬੇਕੁੰਠ ਚਲੇ ਜਾਈਏ, ਸੱਚਖੰਡ ਚਲੇ ਜਾਈਏ। ਬਾਬਾ ਕਬੀਰ ਸਾਹਿਬ ਜੀ ਕਹਿੰਦੇ, ਜਦੋਂ ਮੈਂ ਪੁੱਛਿਆ ਜੋ ਜਨ ਪਰਮਤ ਪਰਮਨ ਜਾਨਾ, ਬਾਤ ਨਹੀਂ ਬੈਕੁੰਠ ਸਮਨ। ਜਾਨ ਜਾਨ ਸਭ ਕਹੇ ਤਹਾਂ ਹੀ, ਨਾ ਜਾਨਾ ਬੈਕੁੰਠ ਕਹਾਂ ਹੀ। ਹਰ ਕੋਈ ਕਹਿੰਦਾ ਬੈਕੁੰਠ ਨੂੰ ਜਾਣਾ, ਬੈਕੁੰਠ ਦੀ ਖਾਤਰ ਸਭ ਕੁਝ ਕਰ ਰਹੇ ਹਾਂ, ਪਰ ਪਤਾ ਨਹੀਂ ਬੈਕੁੰਠ ਹੈ ਕੀ ਹੈ। ਰੱਬ ਦੇ ਬਾਰੇ ਚਰਚਾ ਬਹੁਤ ਹੈ। ਦੇਖੋ ਨਾ, ਆਪਣੇ ਮੁਲਕ 'ਚ ਦੇਖ ਲਓ, ਕਿਤੇ ਵੀ ਦੇਖ ਲਓ, ਰੱਬ ਦੇ ਨਾਂ ਤੇ ਕਿੰਨੇ ਜੋੜ ਮੇਲੇ ਲੱਗਦੇ ਨੇ, ਪਾਠ ਪੂਜਾ ਹੁੰਦੀ ਹੈ, ਧਰਮ ਸਥਾਨਾਂ ਤੇ
किन्ने वड्डे वड्डे इकट्ठ हुंदे ने, होर बहुत कुछ हो रहा है, लेकिन रब दे बारे ज्ञान नहीं है लोगों को, रब दे बारे सोझी नहीं है लोगों को। रब की है ये ज्ञान विरलियां नूं है। बाबा कबीर साहब जी कहते हर को कहंदा है कि मैं बैकुंठ जाने, जान जान सब कहे तहां ही, ना जानना बैकुंठ कहाँ ही। इन्ना पता ही नहीं बैकुंठ है कित्थे है। हर बंदे ने आपो अपनी अकल अनुसार जां जिन्ना पता लगा आपो अपना बैकुंठ जिहड़ा सी ना वो बना लिया। कोई कहंदा सतवें आकाश बैठा है, उत्थे बैकुंठ है। असीं भी कहंदे सचखंड उपर ही है किते, ओ सचखंड च बैठा रब देखदा है। कोई कहंदा पूर्व विच है, कोई कहंदा पश्चिम विच है, कोई कहंदा दक्षिण विच है, किसी ने कहता धरती दे हेठां है, किसी ने कहता धरती दे उपर है। पर ना जाना बैकुंठ कहाँ है। बाबा कबीर साहब जी कहते हो दुनिया के लोगों आओ तुम दसा, कहो कबीर एक ही काहे, साध संगत बैकुंठे आए। आओ तुहानू दसा की समझावा, साध संगत विच बैकुंठ है, विच संगत हर पर वसे जी। बैकुंठ का अर्थ है रब दे वसन वाली थां। वो परमात्मा संगत विच वसदा है। ते सतगुरु साहब जी कहते सत संगत विच परमात्मा वसदा है, सत संगत परमात्मा का घर है। भाई गुरदास जी ने भी कहा जिमें बेड़ी चाड़ लंघाएंदा बाले पूर मानस मोहान। मानस मैना मुला, हाँ मानसा मनुखा दे पूरा दे पूर चढ़ा के मुहाना मलाह जेड़ा है वो पूरा दे पूर बेड़ी ते बिठा के दरिया तो पार कर दिंदा है ना। कहते बिल्कुल इदा सानू साडे सतगुरु जी ने सत संगत दिती है। सत संगत एक बेड़ी है जिहदे ते पूरा दे पूर भव सागर तो पार उतरदे ने। भाव सत संगत राही परमात्मा दे प्यार विच जुड़ के मनुख ऐस जिंदगी विच डर तो मुक्त हुंदे, निरभव परमात्मा दे प्यार विच जुड़ जांदे ने। सत संगत विच आके परमात्मा दा प्रताप सुनांगे, असीं वडियाइयां सत संगत च आके सुनांगे। ज्यों ज्यों परमात्मा दीयां वडियाइयां सुनांगे, सुन प्रताप गोबिंद निरभव भए मन। गोविंद दा प्रताप सुन के साडे अंदरों डर मिट जाएगा। साडी जिंदगी डर कादा है मौत दा, साडी जिंदगी डर कादा है रिजक दा। सारी जिंदगी मौत तो डरते रहने, रोटी पानी की खातर असीं दुखी जे जां घाबरे जे रहने, परेशान रहने। ते जदों असीं सत संगत विच आवांगे, गुरु कोल आवांगे, गुरु के बचन सुनांगे बंदिया, वो परमात्मा पता कितना महान है। शैल पत्थर मैं जंतु पाए तांका रिजक आगे कर तरिया। वो तो पत्थरां च भी रिजक दिंदा है। असीं उहदा प्रताप सुनांगे, वडियाई सुनांगे तो आपे डर कटिया जाएगा। मानो की टेक बिरथी सब जान, देवन को एक है भगवान, जिसका दिया रहे अघाए, बौलना तृष्ण लागे आए, मारे राखे एको आप, मानो कह किछ नहीं याद। जदों परमात्मा दीयां वडियाइयां सुनांगे सतसंगत विच आके, तां ही ते साडा उहदे नाल प्यार बनेगा, तां ही ते साडे अंदरों डर मिटेगा। नहीं तो असीं हर वेले डरे रहने आ। असीं संगत विच आउंदे आ डरे होए, जां लोड़ां दे लई जां गुरु कोलों कुछ दात जाचना करन दे लई आउंदे आ। आउणा ते बहुत ही वड्डे भागां दी गल है। पर असीं जिन्ना चिर सत संगत विच आके उस गोबिंद दा प्रताप नहीं सुनदे, वडियाइयां नहीं सुनदे, उहदी महिमा नहीं सुनदे, उन्ना चिर साडे अंदरों डर मिटना नहीं है। उहदा प्रताप किड्डा वड्डा है। उहदे नाम नूं सुन के ते सुन के जम के दूत नाए तेरा छड़ जाए। ये उहदा प्रताप है ना, कोई नाम सुनदे जमदू डरदे भज जांदे ने। हुण जदों असीं मन करके उहदे नाम नाल जुड़ांगे, साडी सुरत उहदे नाम नाल जुड़ेगी, दिलों उहदे प्यार जुड़ जावांगे, ते दुख भज नहीं जाणगे। दुख तां नेड़े नहीं आउणगे, दुख दर्द ना आवे नेड़े, नेड़े ही नहीं आउणगे, जम जंदार नेड़े नहीं आएगा। पर उदों जदों असीं सत संगत राहीं उहदा प्रताप सुनांगे, उहदे प्रताप नूं समझांगे। अजे असीं रब दी गल करदे हां, परमात्मा दी गल करदे, पर परमात्मा किन्ना महान है इहदा सानूं सारिआं नूं नहीं पता। उहदी महानता दा पता गुरु की बाणी चों लगेगा कि परमात्मा किड्डा वड्डा है। घट घट कथा राजन की चाले, वो परमात्मा किड्डा वड्डा है। सज्जन सच्चा पातशाह सिर शाहां दे शाह, वो परमात्मा किड्डा वड्डा है। राजन मैं तू राजा कहिए, वो राजियां दे विच राजा है, सारियां दे उपर वो बैठा पातशाहां दा पातशाह है। सतगुरु जी कहंदे जदों उहदा प्रताप सुनिया ते उदों साडे अंदरों डर मिट गया।
ਤੇ ਗੁਰੂ ਬਾਬਾ ਜੀ ਕਹਿੰਦੇ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਸਾਧ ਨਾਮ ਬੈਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ। ਇਹ ਵਾਹਿਗੁਰੂ ਜੀ ਨਾਨਕ ਨੂੰ ਸਾਧ ਸੰਗਤ ਦੀ ਬੇੜੀ ਤੇ ਬਿਠਾ ਲਓ। ਮੈਂ ਸਾਧ ਸੰਗਤ ਦੀ ਬੇੜੀ ਤੇ ਬੈਠ ਕੇ ਭਵ ਸਾਗਰ ਤੋਂ ਪਾਰ ਉਤਰ ਜਾਵਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇਸ ਮੁਖ ਵਾਕ ਰਹੇ ਕਹਿੰਦੇ ਵਾਹਿਗੁਰੂ ਜੀ ਮੇਰੀ ਕੋਈ ਸਮਰੱਥਾ ਨਹੀਂ ਕਿ ਮੈਂ ਭਵ ਸਾਗਰ ਚੋਂ ਬਾਹਰ ਨਿਕਲ ਸਕਾਂ, ਇਹ ਲੋਭ ਦੀਆਂ ਲਹਿਰਾਂ ਤੋਂ ਬਚ ਸਕਾਂ। ਪ੍ਰਭ ਜੀ ਮੈਂ ਕਵਨ ਅਨਾਥ ਵਿਚਾਰਾ, ਮੈਂ ਵਿਚਾਰਾ ਚੀਜ਼ ਹੀ ਕੀ ਅਨਾਥ ਹਾਂ ਤੁਹਾਡੀ ਕਿਰਪਾ ਤੋਂ ਬਣਾ। ਇਹ ਤੇ ਤੁਹਾਡਾ ਹੀ ਪ੍ਰਤਾਪ ਹੈ ਕਿ ਮੈਨੂੰ ਕਿਵੇਂ ਤੁਸੀਂ ਮਨੁੱਖ ਬਣਾਤਾ। ਮੇਰੀ ਹਸਤੀ ਕੀ ਸੀ, ਮੁੱਢ ਕੀ ਸੀ, ਕਿੰਨੀ ਮਹਾਨ ਮੈਨੂੰ ਜ਼ਿੰਦਗੀ ਦਿੱਤੀ ਹੈ। ਤੁਸੀਂ ਸਾਰਿਆਂ ਦੇ ਦਾਤੇ, ਸਾਰਿਆਂ ਦੇ ਪ੍ਰਤਪਾਲਕ ਹੋ। ਤੁਹਾਡਾ ਪ੍ਰਤਾਪ ਬਿਆਨ ਨਹੀਂ ਕੀਤਾ ਜਾ ਸਕਦਾ, ਗੁਣ ਬਿਆਨ ਨਹੀਂ ਕੀਤੀ ਜਾ ਸਕਦੇ। ਮੇਰੀ ਇੱਕੋ ਇੱਕ ਅਰਦਾਸ ਹੈ ਕਿ ਸਾਧ ਨਾਮ ਬੈਠਾਵੋ ਨਾਨਕ ਭਵ ਸਾਗਰ ਪਾਰ ਉਤਾਰਾ। ਨਾਨਕ ਨੂੰ ਸਾਧ ਸੰਗਤ ਵਿੱਚ ਬਿਠਾ ਦਿਓ। ਜਿਵੇਂ ਬੇੜੀ ਤੇ ਬੈਠ ਕੇ ਆਪਾਂ ਦਰਿਆ ਤੋਂ ਪਾਰ ਉਤਰ ਜਾਂਦੇ ਹਾਂ, ਤਿਵੇਂ ਸਤ ਸੰਗਤ ਵਿੱਚ ਬੈਠ ਕੇ ਅਸੀਂ ਭਵ ਸਾਗਰ ਤੋਂ ਪਾਰ ਉਤਰ ਜਾਵਾਂਗੇ। ਸਤਿਗੁਰੂ ਜੀ ਮਿਹਰ ਕਰਨ, ਗੁਰੂ ਕੇ ਇਹ ਅੰਮ੍ਰਿਤ ਬਚਨ ਸਾਡੇ ਹਿਰਦਿਆਂ 'ਚ ਵਸਣ ਜੀ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ। ਭੁੱਲ ਚੁੱਕ ਦੀ ਖਿਮਾ। ਗਰੀਬ ਨਿਵਾਸ ਸਤਿਗੁਰੂ ਸਮੂਹ ਸੰਗਤ ਨੂੰ ਆਪਣੇ ਦਰੋਂ ਘਰੋਂ ਨਾਮ ਬਾਣੀ ਦਾ ਪਿਆਰ ਬਖਸ਼ ਕੇ ਕਿਰਪਾਰਤ ਕਰਨ। ਪਿਆਰ ਸਹਿਤ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।